ਕਲਗੀਧਰ ਪਾਤਸ਼ਾਹ ਜੀਆਂ ਦੇ ਚਾਰ ਫਰਜ਼ੰਦ ਮਾਤਾ ਗੁਜਰ ਕੌਰ ਜੀ ਤੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਸਤਿਗੁਰਾਂ ਦੀ ਕਿਰਪਾ ਦੇ ਨਾਲ ਇਕੱਤਰਿਤ ਹੋ ਕਰਕੇ ਬੈਠਦੇ ਹਾਂ। ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਮਿਲ ਕਰਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਲੜੀਵਾਰ ਸਰਵਣ ਕਰਦੇ ਆ ਰਹੇ ਹਾਂ ਕਿ ਕਿਵੇਂ ਕਲਗੀਧਰ ਪਾਤਸ਼ਾਹ ਨੇ ਆਨੰਦਗੜ੍ਹ ਦੇ ਕਿਲ੍ਹੇ ਨੂੰ ਛੱਡਿਆ, ਉਪਰੰਤ ਸਰਸਾ ਦੇ ਕੰਢੇ ਪਰਿਵਾਰ ਵਿਛੋੜਾ ਪਿਆ। ਚਮਕੌਰ ਦੀ ਗੜੀ ਦੇ ਵਿੱਚ ਸਤਿਗੁਰੂ ਆਏ ਨੇ। ਪਰਿਵਾਰ ਤਿੰਨਾਂ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ। ਕੱਲ੍ਹ ਦੇ ਦਿਨ ਆਪਾਂ ਨੇ ਜਿਵੇਂ ਸ਼ਹੀਦੀ ਹੋਈ ਏ ਵੱਡੇ ਸਾਹਿਬਜ਼ਾਦਿਆਂ ਦੀ ਤੇ ਹੋਰ ਸਿੱਖਾਂ ਸੂਰਿਆਂ ਦੀ, ਉਹ ਮਿਲ ਕਰਕੇ ਸਰਵਣ ਕੀਤੀ ਸੀ। ਕਲਗੀਧਰ ਪਾਤਸ਼ਾਹ ਜੀ ਆਨੰਦਗੜ੍ਹ ਦੇ ਕਿਲ੍ਹੇ ਤੋਂ ਚੱਲੇ ਨੇ, ਵੈਰੀਆਂ ਦੇ ਨਾਲ ਟੱਕਰਾ ਕਰਦੇ ਚਮਕੌਰ ਵਿੱਚ ਪੁੱਜੇ। ਇੱਥੇ ਵੀ ਮੁਗਲ ਪਿੱਛੇ ਆਏ, ਟਾਕਰਾ ਹੋਇਆ ਏ। ਪੰਜਾਂ ਸਿੱਖਾਂ ਦਾ ਹੁਕਮ, ਪੰਜਾਂ ਸਿੱਖਾਂ ਦੀ ਬੇਨਤੀ ਨੂੰ ਕਬੂਲਦੇ ਹੋਏ ਸਤਿਗੁਰੂ ਚਮਕੌਰ ਦੀ ਗੜੀ ਨੂੰ ਛੱਡ ਕਰਕੇ ਪਾਤਸ਼ਾਹ ਜੀ ਬਾਹਰ ਚਲੇ ਜਾਂਦੇ ਨੇ। ਸਤਿਗੁਰੂ ਚੱਲਦੇ ਚੱਲਦੇ ਮਾਛੀਵਾੜੇ ਤੱਕ ਪਹੁੰਚਦੇ ਨੇ। ਆਪਾਂ ਕੱਲ੍ਹ ਸਰਵਣ ਕੀਤਾ ਹੈ। ਹੁਣ ਜਿਹੜੇ ਪਿੱਛੇ ਸਿੱਖ ਰਹਿ ਗਏ ਨੇ, ਚਮਕੌਰ ਦੀ ਗੜੀ ਦੇ ਵਿੱਚ ਗਿਣਤੀ ਦੇ ਕੁਝ ਕੁ ਸਿੱਖ ਰਹਿ ਗਏ ਨੇ। ਹੁਣ ਉਹਨਾਂ ਸਿੱਖਾਂ ਸੂਰਿਆਂ ਨੇ ਅਗਲੇ ਦਿਨ ਦਾ ਕਿਵੇਂ ਜੰਗ ਯੁੱਧ ਕੀਤਾ ਏ, ਇੱਥੋਂ ਤੱਕ ਤੇ ਅਸੀਂ ਸਾਰੇ ਸੁਣਦੇ ਆਉਂਦੇ ਹਾਂ ਕਿ ਸਤਿਗੁਰੂ ਪਹਿਲੇ ਦਿਨ ਦੇ ਜੰਗ ਯੁੱਧ ਦੇ ਵਿੱਚ 2 ਲਾਡਲੇ ਸ਼ਹੀਦੀ ਪਾ ਗਏ। ਸਿੱਖਾਂ ਨੇ ਸ਼ਹਾਦਤ ਪ੍ਰਾਪਤ ਕਰ ਲਈ। ਪਾਤਸ਼ਾਹ ਜੀ ਇੱਥੋਂ ਚੱਲਦੇ ਚੱਲਦੇ ਮਾਛੀਵਾੜੇ ਤੱਕ ਪਹੁੰਚ ਗਏ। ਇਹ ਤਾਂ ਆਪਾਂ ਬੜੀ ਵਾਰ ਸਰਵਣ ਕੀਤਾ ਹੋਵੇਗਾ, ਪਰ ਪਿੱਛੇ ਜਿਹੜੇ ਸਿੱਖ ਚਮਕੌਰ ਦੀ ਗੜੀ ਦੇ ਵਿੱਚ ਰਹਿ ਗਏ ਨੇ, ਉਹਨਾਂ ਦੇ ਨਾਲ ਕੀ ਵਾਪਰਦੀ ਏ, ਉਹ ਕਵੀਰਾਜ ਕਵੀ ਭਾਈ ਸੰਤੋਖ ਸਿੰਘ ਜੀ ਆਪਣੀ ਕਲਮ ਦੇ ਨਾਲ ਆਪਣੀ ਲਿਖਤ ਨੂੰ ਸਜਾਉਂਦੇ ਨੇ। ਕਿਸ ਤਰੀਕੇ ਦੇ ਨਾਲ ਚਮਕੌਰ ਦੀ ਗੜੀ ਦੇ ਵਿੱਚ ਅਗਲੇ ਦਿਨ ਦਾ ਜੰਗ ਯੁੱਧ ਹੁੰਦਾ ਏ, ਉੱਥੋਂ ਦਾ ਜਿਹੜਾ ਨਕਸ਼ਾ ਕਵੀ ਜੀ ਖਿੱਚਦੇ ਨੇ, ਆਪਾਂ ਮਨ ਬਿਰਤੀਆਂ ਨੂੰ ਕਾਗਰ ਕਰਦੇ ਸਾਰੇ ਹੀ ਸਰਵਣ ਕਰਦੇ ਚੱਲੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੰਤ ਸਿੰਘ ਰਨ ਤੀਰ ਔਰ। ਕਵੀ ਜੀ ਕਹਿੰਦੇ ਪਿੱਛੇ ਕੇਵਲ ਗਿਣਤੀ ਦੇ ਕੁਝ ਕੁ ਸਿੱਖ ਰਹਿ ਗਏ ਨੇ, ਜਿਨ੍ਹਾਂ ਦੇ ਵਿੱਚੋਂ ਕਵੀ ਜੀ 2 ਸਿੱਖਾਂ ਦੇ ਨਾਮ ਦਿੰਦੇ ਨੇ, ਜਿਹੜੇ ਦੋਵੇਂ ਸਿੱਖ ਜਦੋਂ ਸਤਿਗੁਰਾਂ ਨੇ ਗੁਰਤਾ ਗੱਦੀ ਬਖਸ਼ੀ ਏ ਖਾਲਸੇ ਪੰਥ ਨੂੰ, ਉਹਨਾਂ 5 ਸਿੱਖਾਂ ਨੇ ਜਿਨ੍ਹਾਂ ਬੇਨਤੀ ਕੀਤੀ, ਉਹਨਾਂ ਦੇ ਵਿੱਚ ਜਿਹੜੇ 2 ਸਿੱਖ ਨੇ, ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਜੀ, ਜਿਨ੍ਹਾਂ ਦੇ ਬਾਬਤ ਕਈ ਕਹਿੰਦੇ ਨੇ ਕਿ ਸਤਿਗੁਰਾਂ ਨੇ ਆਪਣੀ ਕਲਗੀ ਤੇ ਜਗ੍ਹਾ ਭਾਈ ਸੰਗਤ ਸਿੰਘ ਜੀਆਂ ਦੇ ਸੀਸ ਦੇ ਉੱਪਰ ਸਜਾਉਣੀ ਕੀਤੀ ਹੈ, ਸੁਭਾਏਮਾਨ ਕੀਤੀ ਹੈ। ਕਈ ਭਾਈ ਸੰਗਤ ਸਿੰਘ ਜੀ ਨੂੰ ਕਹਿੰਦੇ ਨੇ ਤੇ ਕਈ ਭਾਈ ਸੰਤ ਸਿੰਘ ਜੀ ਨੂੰ ਕਹਿੰਦੇ ਨੇ। ਖੈਰ,
ਇਹ ਦੋਵੇਂ ਸਿੱਖ ਉਹਨਾਂ ਪੰਜਾਂ ਸਿੱਖਾਂ ਦੇ ਵਿੱਚੋਂ ਚਮਕੌਰ ਦੀ ਗੜੀ ਦੇ ਵਿੱਚ ਨੇ। ਕੁਝ ਕੁ ਹੋਰ ਗਿਣਤੀ ਦੇ ਵਿੱਚ ਸਿੱਖ ਨੇ। ਇਹਨਾਂ ਦੇ ਵਿੱਚੋਂ ਕਵੀ ਜੀ ਕਹਿੰਦੇ ਜਿਹੜੇ ਭਾਈ ਸੰਤ ਸਿੰਘ ਜੀ ਨੇ, ਬੜੇ ਹੀ ਉੱਚੀ ਸੋਚ ਵਾਲੇ ਨੇ, ਬੜੇ ਹੀ ਮਹਾਨ ਸਿੱਖ ਹਨ। ਵੀਰਨ ਵੀਰ ਵਿਸਾਲ, ਤੇ ਕਹਿੰਦੇ ਜੇ ਸੂਰਮਿਆਂ ਦੀ ਗੱਲ ਕੀਤੀ ਜਾਵੇ, ਸੂਰਮਿਆਂ ਦੀ ਗਿਣਤੀ ਦੇ ਵਿੱਚ ਵੀ ਬੜੇ ਹੀ ਉੱਚੇ ਸੂਰਮੇ ਨੇ, ਬੜੇ ਬਲੀ ਬਹਾਦਰ ਸੂਰਮੇ ਹਨ। ਮੁਕਤਾ ਪ੍ਰਾਪਤ ਖਾਲਸੇ, ਹਾਂ ਕਹਿੰਦੇ ਜਿਸ ਵੇਲੇ ਸਤਿਗੁਰਾਂ ਨੇ ਖਾਲਸੇ ਪੰਥ ਨੂੰ ਗੁਰਿਆਈ ਬਖਸ਼ੀ ਹੈ, ਉਹਨਾਂ ਪੰਜਾਂ ਸਿੱਖਾਂ ਦੇ ਵਿੱਚੋਂ ਇਹ ਮੁਖੀਏ ਸਿੱਖ ਸਨ। ਭਾਈ ਸੰਤ ਸਿੰਘ ਜੀ ਉਹਨਾਂ ਸਾਰੇ ਸਿੱਖਾਂ ਦੇ ਮੋਢੀ ਸਨ ਜੀ। ਇਹ ਗੁਰਤਾ ਤਿਸ ਕਾਲ, ਜਿਸ ਵੇਲੇ ਸਤਿਗੁਰਾਂ ਦੇ ਪਾਸੋਂ ਇਹਨਾਂ ਪੰਜਾਂ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਸੀ। ਪਾਵਨੀ ਛੰਦ ਸਿਰ ਬਦੀ ਜਿਦਾ ਕਲਗੀ ਸੁਹਾਈ। ਹਾਂ ਤੇ ਉਸ ਭਾਈ ਸੰਤ ਸਿੰਘ ਦੇ ਸੀਸ ਦੇ ਉੱਪਰ ਜਿਹੜੀ ਸਤਿਗੁਰਾਂ ਨੇ ਕਲਗੀ ਤੇ ਜਗ੍ਹਾ ਬਖਸ਼ਿਸ਼ ਕੀਤੀ ਹੈ, ਬੜੀ ਹੀ ਸੁੰਦਰ ਭਾਸਦੀ ਹੈ, ਬੜੀ ਹੀ ਸੋਹਣੀ ਲੱਗ ਰਹੀ ਹੈ ਜੀ। ਰਸ ਵੀਰ ਮਨੋ ਮੂਰਤ ਬਣਾਏ। ਹਾਂ ਕਵੀ ਜੀ ਕਹਿੰਦੇ ਮੰਨਣਾ ਕਰੋ, ਐਡੇ ਸੁੰਦਰ ਭਾਸਦੇ ਨੇ ਜਿਵੇਂ ਦੁਨੀਆ ਦੇ ਸਾਰੇ ਹੀ ਰਸ ਇਕੱਠੇ ਕਰ ਲਏ ਜਾਣ, ਉਹਨਾਂ ਸਾਰੇ ਹੀ ਰਸਾਂ ਦੀ ਤੇ ਇੱਕ ਸੁੰਦਰ ਮੂਰਤੀ ਬਣਾ ਦਿੱਤੀ ਜਾਵੇ। ਇੰਨੇ ਸੁੰਦਰ ਤੇ ਏਡੇ ਸੋਹਣੇ ਭਾਸ ਰਹੇ ਹਨ। ਮੈਂ ਕੁਦੰਡ ਖਰ ਸਰ ਪ੍ਰਚੰਡ, ਤੇ ਕਹਿੰਦੇ ਬੜੇ ਸੁੰਦਰ ਵੀ ਲੱਗਦੇ ਨੇ, ਪਰ ਨੇਤਰਾਂ ਦੇ ਵਿੱਚ ਲਾਲੀ ਭਰੀ ਏ, ਕਿਉਂਕਿ ਸਾਹਮਣੇ ਰਣ ਖੇਤਰ ਭਖਿਆ ਪਿਆ ਏ। ਇਹ ਚੀਜ਼ ਨੂੰ ਵੇਖ ਕਰਕੇ ਭਾਈ ਸੰਤ ਸਿੰਘ ਦੀਆਂ ਦੇ ਨੇਤਰਾਂ ਦੇ ਵਿੱਚ ਬੜਾ ਹੀ ਰੋਹ ਭਰਿਆ ਏ ਤੇ ਹੱਥ ਦੇ ਵਿੱਚ ਕਮਾਨ ਫੜੀ ਏ ਤੇ ਭੱਥੇ ਦੇ ਵਿੱਚ ਤੀਰ ਪਾਏ ਹਨ। ਇਹ ਕਰਾ ਚੋਲ ਚਹਿ ਰਣ ਕਮੰਡ, ਹੱਥ ਦੇ ਵਿੱਚ ਕਰੜੀ ਕਮਾਨ ਫੜ ਕੇ ਚਾਹੁੰਦੇ ਨੇ ਕਿ ਜੰਗ ਦੇ ਵਿੱਚ ਇੱਕ ਵਾਰ ਮੁਗਲਾਂ ਨੂੰ ਦੱਸ ਦਿੱਤਾ ਜਾਵੇ ਕਿ ਜਿਹੜੇ ਕਲਗੀਧਰ ਤੇ ਚੜ੍ਹਾਈ ਕਰਕੇ ਆਏ ਹੋ, ਉਸ ਕਲਗੀਧਰ ਦੇ ਜਿਹੜੇ ਸਿੱਖ ਨੇ ਕਿੱਡੇ ਬਲੀ ਨੇ, ਕਿੱਡੇ ਬਹਾਦਰ ਨੇ। ਇਹ ਚੀਜ਼ ਜਿਹੜੀ ਮੁਗਲਾਂ ਦੇ ਸਾਹਮਣੇ ਦਿਖਾਉਣਾ ਚਾਹੁੰਦੇ ਨੇ ਕਿ ਤੁਸੀਂ ਚਾਹੁੰਦੇ ਹੋ ਕਿ ਕਲਗੀਧਰ ਨੂੰ ਫੜ ਲਵੋਗੇ, ਫਤਿਹ ਕਰ ਲਵੋਗੇ, ਸਰ ਕਰ ਲਵੋਗੇ, ਪਰ ਤੁਹਾਡੇ ਅੰਦਰ ਐਡੀ ਹਿੰਮਤ ਨਹੀਂ, ਐਡੀ ਅਣਖ ਨਹੀਂ, ਇੰਨਾ ਜੇ ਬਲ ਤੁਹਾਡੀਆਂ ਛਾਤੀਆਂ ਝੱਲਦੀਆਂ ਨਹੀਂ ਕਿ ਕਲਗੀਧਰ ਨੂੰ ਫੜ ਸਕੋ। ਇਸ ਚੀਜ਼ ਨੂੰ ਹਿਰਦੇ ਦੇ ਵਿੱਚ ਧਾਰ ਕਰਕੇ ਬੜੇ ਹੀ ਰੋਹ ਦੇ ਵਿੱਚ ਆਏ ਹਨ। ਦੂਸਰੇ ਸੰਗਤ ਸਿੰਘ ਸੰਗ, ਕਵੀ ਜੀ ਕਹਿੰਦੇ ਦੂਸਰੇ ਸਿੱਖ ਕੌਣ ਨੇ? ਨਾਂ ਲਿਖਦੇ ਨੇ ਕਵੀ ਜੀ ਕਹਿੰਦੇ ਦੂਸਰੇ ਉਹਨਾਂ ਪੰਜਾਂ ਸਿੱਖਾਂ ਦੇ ਵਿੱਚੋਂ ਭਾਈ ਸੰਗਤ ਸਿੰਘ ਜੀ ਨੇ, ਤੇ ਬੜੀ ਹੀ ਉੱਚੀ ਸੋਚ ਦੇ ਮਾਲਕ ਹਨ। ਜੇ ਕਹੈ ਬਖਸ਼ੀ ਮਤ ਉਤੰਗ, ਤੇ ਜਿਨ੍ਹਾਂ ਨੂੰ ਜਿਹੜੇ ਸਿੱਖ ਸਨ ਉਹ ਬੰਗਸੀ ਕਹਿ ਕੇ ਵੀ ਆਵਾਜ਼ ਮਾਰਦੇ ਸੀ, ਕਿਉਂਕਿ ਅੱਜ ਵੀ ਵੇਖ ਲਿਆ ਜਾਵੇ ਨਾ, ਜਥੇਬੰਦੀਆਂ ਦੇ ਵਿੱਚ, ਟਕਸਾਲਾਂ ਦੇ ਵਿੱਚ ਜਿਹੜਾ ਵੀ ਸਿੱਖ ਕਿਸੇ ਇਲਾਕੇ ਤੋਂ ਆਇਆ ਹੁੰਦਾ ਹੈ ਨਾ, ਉਹਦਾ ਨਾਮ ਉਸੇ ਇਲਾਕੇ ਤੋਂ ਹੀ ਪਾ ਦਿੰਦੇ ਨੇ ਇਸੇ ਤਰੀਕੇ ਨਾਲ। ਕਈ ਕਹਿੰਦੇ ਨੇ ਬੰਗਾਲ ਦੇ ਇਲਾਕੇ ਤੋਂ ਆਏ ਨੇ, ਪਰ ਮਹਾਨ ਕੋਸ਼ ਦੇ ਰਚਨਹਾਰੇ ਉਹ ਲਿਖਦੇ ਨੇ, ਕਹਿੰਦੇ ਇਹ ਇੱਕ ਬੰਗਸ ਨਾਮ ਦਾ ਇਲਾਕਾ ਹੈ, ਉੱਥੋਂ ਦੇ ਰਹਿਣ ਵਾਲੇ ਹਨ, ਇਸ ਕਰਕੇ ਇਹਨਾਂ ਨੂੰ ਬੰਗਸੀ ਕਹਿ ਕੇ ਵੀ ਆਵਾਜ਼ ਮਾਰਦੇ ਸਨ। ਕਸੇ ਤੁਫੰਗਣ ਸ਼ੋਰ ਸ਼ੋਰ, ਆ ਕਹਿੰਦੇ ਆਪਣੇ ਹੱਥ ਦੇ ਵਿੱਚ ਬੰਦੂਕਾਂ ਫੜੀਆਂ ਨੇ, ਪਰ ਬੰਦੂਕਾਂ ਦੇ ਵਿੱਚ ਗੋਲੀਆਂ ਨਹੀਂ ਪਾਉਂਦੇ। ਕਿਉਂ? ਜਦੋਂ ਚਮਕੌਰ ਦੀ ਗੜੀ ਦੇ ਵਿੱਚ ਆਏ ਸੀ, ਸਿੱਖਾਂ ਨੇ ਬੇਨਤੀਆਂ ਕੀਤੀਆਂ, ਸਤਿਗੁਰੂ ਮੁਗਲਾਂ ਦੇ ਕੋਲ ਬੜੇ ਬਰੂਦ ਨੇ, ਪਾਤਸ਼ਾਹ ਜੀ ਆਪਣੇ ਕੋਲ ਗੋਲੀਆਂ ਬਹੁਤ ਘੱਟ ਨੇ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਸਿੱਖੋ ਅਕਾਲ ਪੁਰਖ ਦਾ ਨਾਮ ਲੈ ਕੇ ਨਾ
ਜਦੋਂ ਵੈਰੀ ਚੜ੍ਹ ਕੇ ਆਉਣ, ਕੇਵਲ ਇਹਨਾਂ ਬੰਦੂਕਾਂ ਦੇ ਫੀਤਿਆਂ ਨੂੰ ਧੁਖਾ ਕਰਕੇ, ਇਹਨਾਂ ਪੁਲੀਤਿਆਂ ਦੇ ਕੋਲ ਅੱਗ ਲਾ ਕਰਕੇ ਤੁਸੀਂ ਘੋੜੇ ਨੂੰ ਦੱਬ ਦਿਓ, ਇਹਦੇ ਵਿੱਚੋਂ ਗੋਲੀਆਂ ਆਪ ਚੱਲਣਗੀਆਂ। ਗੋਲੀਆਂ ਨਹੀਂ ਭਰੀਆਂ ਕਹਿੰਦੇ, ਤੇ ਹੱਥ ਦੇ ਵਿੱਚ ਬੰਦੂਕ ਫੜੀ ਹੋਈ ਹੈ ਜੀ। ਚੌਵੇਂ ਪਾਸੇ ਫਿਰਦੇ ਨੇ, ਵੈਰੀਆਂ ਨੂੰ ਲੱਭਦੇ ਨੇ ਕਿ ਕੋਈ ਵੈਰੀ ਸਾਡੇ ਹੱਥ ਚੜ ਜਾਵੇ। ਹੁਣ ਹਾਂ ਕਹਿੰਦੇ ਗੋਲੀਆਂ ਭਰੀਆਂ ਨਹੀਂ, ਪਰ ਸਤਿਗੁਰਾਂ ਦਾ ਥਾਪੜਾ ਸੀ। ਬਚਨ ਸਨ ਸਤਿਗੁਰਾਂ ਦੇ ਕਿ ਤੁਸੀਂ ਘੋੜਾ ਦੱਬ ਦਿਓ, ਬੰਦੂਕ ਦੇ ਵਿੱਚੋਂ ਗੋਲੀਆਂ ਆਪ ਚੱਲਣਗੀਆਂ। ਇਸੇ ਤਰੀਕੇ ਨਾਲ ਭਾਈ ਸੰਗਤ ਸਿੰਘ ਜੀ ਅੱਗੇ ਵੱਧਦੇ ਨੇ, ਬੰਦੂਕ ਦੇ ਨਾਲ ਵੈਰੀ ਵੱਲ ਵੇਖ ਕਰਕੇ ਨਿਸ਼ਾਨਾ ਲਾਉਂਦੇ ਨੇ। ਕਹਿੰਦੇ ਬੰਦੂਕ ਦੇ ਵਿੱਚੋਂ ਗੋਲੀਆਂ ਚੱਲਦੀਆਂ ਹਨ। ਕਵੀ ਜੀ ਕਹਿੰਦੇ ਸੂਰਮੇ ਇਦਾਂ ਗੱਜਦੇ ਨੇ ਜਿੱਦਾਂ ਹਨੇਰੀ ਰਾਤ ਦੇ ਵਿੱਚ ਨਾ ਅਸਮਾਨ ਦੇ ਵਿੱਚ ਜਦੋਂ ਬੱਦਲ ਚੜ੍ਹ ਕੇ ਆਉਂਦੇ ਨੇ ਤੇ ਬੜਾ ਰੌਲਾ ਪਾਉਂਦੇ ਨੇ, ਸ਼ੋਰ ਮਚਾਉਂਦੇ ਨੇ। ਇਸੇ ਤਰੀਕੇ ਨਾਲ ਦੋ ਸਿੱਖ ਨੇ, ਦੋਵੇਂ ਸਿੱਖ ਸੂਰਮੇ ਬੜੀ ਉੱਚੀ ਆਵਾਜ਼ ਦੇ ਵਿੱਚ ਗੜਕਦੇ ਹਨ। ਹਾਂ ਕਹਿੰਦੇ ਦੋਵੇਂ ਜਿਹੜੇ ਸੂਰਮੇ ਨੇ, ਕਦੀ ਕਿਸੇ ਤੇ ਵਾਰ ਕਰਦੇ ਨੇ ਤੇ ਕਦੀ ਕਿਸੇ ਦੇ ਉੱਪਰ ਵਾਰ ਕਰ ਰਹੇ ਹਨ। ਹਾਂ ਤੇ ਜਿਹੜਾ ਵੀ ਕੋਈ ਅੱਗੋਂ ਆਉਂਦਾ ਏ ਆਪਣੀ ਜਾਨ ਬਚਾਉਂਦੇ ਭੱਜਣ ਦੀ ਕੋਸ਼ਿਸ਼ ਕਰਦੇ ਨੇ, ਪਰ ਕਿਤੇ ਵੀ ਜਗ੍ਹਾ ਨਹੀਂ ਮਿਲਦੀ। ਵੈਰੀ ਕਦੀ ਇੱਧਰ ਜਾਂਦੇ ਨੇ, ਕਦੀ ਉੱਧਰ ਜਾਂਦੇ ਨੇ, ਤੇ ਸੂਰਮੇ ਸਾਰਿਆਂ ਨੂੰ ਨਾਸ਼ ਕਰ ਰਹੇ ਹਨ। ਤੁਰਕਾਂ ਦੇ ਕਹਿੰਦੇ ਗਲੇ ਵੱਢ ਦਿੱਤੇ ਨੇ ਤੇ ਧਰਤੀ ਦੇ ਉੱਪਰ ਡਿੱਗ ਰਹੇ ਹਨ ਮੁਗਲ। ਜੇ ਕੋਈ ਅੱਗੋਂ ਮੁਗਲ ਆਉਂਦਾ ਹੈ ਉਹਨੂੰ ਡਰ ਦੇ ਕੇ ਪਿੱਛੇ ਨੂੰ ਧਕੇਲਦੇ ਹਨ। ਹੱਥ ਦੇ ਵਿੱਚ ਕਮਾਨ ਫੜ ਕੇ ਤਾੜ ਤਾੜ ਕਰਕੇ ਰੁਕਦੇ ਨਹੀਂ, ਪੂਰੇ ਜੋਸ਼ ਦੇ ਨਾਲ ਬਾਰ-ਬਾਰ ਤੀਰਾਂ ਦੀ ਬੁਛਾਰ ਕਰਦੇ ਹਨ। ਕਹਿੰਦੇ ਜਿਹੜੇ ਵੀ ਚਮਕੌਰ ਦੇ ਗੜ੍ਹੀ ਦੇ ਕਿਲੇ ਦੇ ਕੋਲ ਆਏ ਸਨ, ਇਹ ਚੀਜ਼ ਨੂੰ ਵੇਖ ਕੇ ਡਰਦੇ ਪਿੱਛੇ ਭੱਜ ਰਹੇ ਹਨ। ਇਸ ਤਰੀਕੇ ਨਾਲ ਸੂਰਿਆ ਨੇ ਤੀਰਾਂ ਦੀ ਵਰਖਾ ਕਰਕੇ ਪੂਰੀ ਜਿਹੜੀ ਰਾਤ ਹੈ ਉਹ ਬਤੀਤ ਕਰਨੀ ਕੀਤੀ ਹੈ, ਤੇ ਅਗਲਾ ਦਿਨ ਚੜ੍ਹਿਆ ਏ ਜਿਹੜਾ ਅੱਜ ਦਿਨ ਛੁਪ ਗਿਆ ਏ। ਅੱਜ ਦੇ ਦਿਨ ਅੰਮ੍ਰਿਤ ਵੇਲੇ ਇਹ ਜਿਹੜੀ ਜੰਗ ਸ਼ੁਰੂ ਹੋਣ ਲੱਗੀ ਹੈ ਜੀ। ਹਾਂ ਤੇ ਸਾਹਮਣੇ ਉਹ ਵੈਰੀ ਚੜ੍ਹ ਕੇ ਆਏ ਨੇ, ਤੇ ਸੂਰਮੇ ਜਿਹੜੇ ਥੱਕਦੇ ਨਹੀਂ, ਉਹਨਾਂ ਵੱਲ ਵੇਖ ਕਰਕੇ ਨਿਸ਼ਾਨੇ ਬੰਨ ਕੇ ਤੇ ਗੋਲੀਆਂ ਦੇ ਫੈਰ ਕਰਦੇ ਹਨ। ਸਾਹਮਣੇ ਵੇਖਿਆ ਲੱਖਾਂ ਦੀ ਤਾਦਾਦ ਦੇ ਵਿੱਚ ਵੈਰੀ ਚੜ੍ਹ ਕੇ ਆਇਆ। ਡਰਦੇ ਨਹੀਂ, ਅਜੇ ਕੇਵਲ ਦੋ ਸਿੱਖ ਰਹਿ ਗਏ ਨੇ। ਵੇਖ ਕਰਕੇ ਲੱਖਾਂ ਦੀ ਤਾਦਾਦ ਦੇ ਵਿੱਚ ਵੈਰੀ ਚੜ੍ਹੇ ਆਏ, ਉਹਨਾਂ ਦੇ ਵੱਲ ਵਾਰ ਕਰਦੇ ਹਨ। ਤੇ ਹੁਣ ਕਵੀ ਜੀ ਇੱਥੇ ਕਹਿੰਦੇ ਜਦੋਂ ਸਿੱਖਾਂ ਨੇ ਮੁਗਲਾਂ ਦੇ ਲੋਥਾਂ ਦੇ ਢੇਰ ਲਾ ਦਿੱਤੇ ਨੇ, ਕੀ ਹੋਇਆ? ਲੋਥਾਂ ਨੂੰ ਵੇਖ ਕਰਕੇ ਕਹਿੰਦੇ ਐਸੀਆਂ ਆਵਾਜ਼ਾਂ ਆ ਰਹੀਆਂ ਨੇ ਜਿਵੇਂ ਲੱਗਦਾ ਹੈ ਰਣ ਖੇਤਰ ਦੇ ਅੰਦਰ ਭੂਤ ਚੜੇਲਾਂ ਆ ਕਰਕੇ ਤੇ ਉੱਚੀ ਆਵਾਜ਼ ਦੇ ਵਿੱਚ ਚੀਕਾਂ ਮਾਰ ਰਹੀਆਂ ਹੋਣ। ਇਸ ਤਰੀਕੇ ਦਾ ਚਮਕੌਰ ਦਾ ਰਣ ਖੇਤਰ ਜਿਹੜਾ ਭਖਿਆ ਪਿਆ ਹੈ ਜੀ। ਤੇ ਜਿਹੜੇ ਗਿੱਦੜ ਨੇ ਆ ਕਰਕੇ ਜੰਗ ਖੇਤਰ ਦੇ ਵਿੱਚ ਬੜੀ ਉੱਚੀ ਪੁਕਾਰਾਂ ਕਰ ਰਹੇ ਹਨ। ਵੈਰੀ ਨੂੰ ਵੇਖ ਕਰਕੇ ਸਿੱਖ ਕੋਲ ਜਾਂਦੇ ਨੇ ਟੋਲ ਟੋਲ ਕੇ, ਤੇ ਵੈਰੀ ਦੇ ਉੱਪਰ ਵਾਰ ਕਰਦੇ ਹਨ। ਇੰਨੇ ਸਮੇਂ ਨੂੰ ਕਹਿੰਦੇ ਅਸਮਾਨ ਦੀ ਹਿੱਕ ਨੂੰ ਚੀਰਦਾ ਹੋਇਆ ਸੂਰਜ ਆਪਣੀਆਂ ਕਿਰਨਾਂ ਦਾ ਪ੍ਰਕਾਸ਼ ਕਰਦਾ ਬਾਹਰ ਨਿਕਲ ਰਿਹਾ। ਇਵੇਂ ਲੱਗਦਾ ਹੈ ਕਿ ਅੰਮ੍ਰਿਤ ਵੇਲਾ ਹੋਣ ਆਇਆ ਹੈ ਜੀ। ਹਾਂ ਹੁਣ ਜਿਹੜਾ ਸੂਰਜ ਪ੍ਰਕਾਸ਼ ਦਾ ਦੇਵਤਾ
ਇਹ ਸਾਰੇ ਪਾਸੇ ਰੋਸ਼ਨੀ ਖਿਲਾਰ ਰਿਹਾ ਹੈ। ਹੁਣ ਅਲਪ ਕੋਟ ਮੈਂ ਤਾਕ ਤਾਕ, ਜਦੋਂ ਸੂਰਜ ਅਸਮਾਨ ਦੇ ਵਿੱਚ ਲਾਲੀ ਨੂੰ ਫੜਦਾ ਏ, ਇੱਧਰ ਮੁਗਲਾਂ ਨੇ ਕੀ ਤੱਕਿਆ, ਕਹਿੰਦੇ ਵੇਖਿਆ ਜਦੋਂ ਕਿ ਚਮਕੌਰ ਦੀ ਗੜੀ ਦੇ ਵਿੱਚ ਤਾਂ ਕੇਵਲ ਗਿਣਤੀ ਦੇ 2-3 ਸਿੱਖ ਰਹਿ ਗਏ ਨੇ। ਇਸ ਚੀਜ਼ ਨੂੰ ਵੇਖ ਕੇ ਮੁਗਲ ਚਮਕੌਰ ਦੀ ਗੜੀ ਵੱਲ ਨੂੰ ਵੱਧਦੇ ਹਨ ਭੇਦ ਲਹਿਓ ਸਭ ਝਾਕ ਝਾਕ, ਤੇ ਸਾਰੇ ਹੀ ਝਾਕ ਕਰਕੇ ਭੇਦ ਲੈਂਦੇ ਨੇ ਕਿ ਇਸ ਚਮਕੌਰ ਦੇ ਵਿੱਚ ਕਿੰਨੇ ਕੁ ਸਿੱਖ ਰਹਿ ਗਏ ਹਨ। ਸਾਰ ਭਈ ਅਰ ਜਾਨ ਜਾਨ, ਇਸ ਚੀਜ਼ ਨੂੰ ਵੇਖ ਕਰਕੇ ਕਿ ਕੁਝ ਕੀ ਸਿੱਖ ਰਹਿ ਗਏ ਨੇ। ਕਹਿੰਦੇ ਮੁਗਲਾਂ ਦੇ ਸਰੀਰਾਂ ਵਿੱਚ ਜਾਨਾਂ ਪਈਆਂ ਨੇ ਕਿ ਕੇਵਲ ਗਿਣਤੀ ਦੇ ਸਿੱਖ ਰਹਿ ਗਏ ਨੇ, ਇਹਨਾਂ ਨੂੰ ਮਾਰ ਦਿਆਂਗੇ ਹੁਣ। ਅਜ ਤਰਾਸ ਟੁਕੇ ਗਨ ਆਨ ਆਨ, ਹਿਰਦੇ ਵਿੱਚੋਂ ਮੁਗਲਾਂ ਨੇ ਚੀਜ਼ ਵੇਖ ਕੇ ਜਿਹੜਾ ਡਰ ਪਿਆ ਸੀ ਕੱਲ ਦਾ, ਵੀ ਇਹ ਤਾਂ ਕੱਲਾ ਕੱਲਾ ਹੀ ਸਾਡੇ ਲੱਖਾਂ ਦੇ ਉੱਪਰ ਭਾਰੀ ਪਿਆ, ਜਦੋਂ ਵੇਖਿਆ ਕਿ ਗਿਣਤੀ ਦੇ ਵਿੱਚ 2-3 ਸਿੱਖ ਰਹਿ ਗਏ ਨੇ, ਇਹ ਚੀਜ਼ ਨੂੰ ਵੇਖ ਕੇ ਅੰਦਰ ਹੌਸਲਾ ਆਇਆ ਕਿ ਅਸੀਂ ਚਮਕੌਰ ਦੀ ਜੰਗ ਨੂੰ ਜਿੱਤਣ ਜਾ ਰਹੇ ਹਾਂ ਜੀ। ਚੋਲ ਗਹਿ ਦੌਰ ਦੌਰ, ਇਸ ਤਰੀਕੇ ਨਾਲ ਹੱਥ ਦੇ ਵਿੱਚ ਫੜ ਕੇ ਇੱਧਰ ਸਿੱਖ ਸੂਰੇ ਹੱਥ ਦੇ ਵਿੱਚ ਤਲਵਾਰ ਫੜ ਕੇ ਰਣ ਖੇਤਰ ਦੇ ਵਿੱਚ ਉਤਰ ਆਏ ਹਨ। ਰੋਰ ਭਾ ਠੌਰ ਠੌਰ, ਚਾਵੇਂ ਪਾਸੇ ਬੜੀਆਂ ਪੁਕਾਰਾਂ ਕਰਦੇ ਨੇ, ਜੈ ਅਲੀ ਦੇ ਨਾਅਰੇ ਲਾਉਂਦੇ ਮੁਗਲ ਅੱਗੇ ਵੱਧ ਰਹੇ ਹਨ। ਭੀਤਰ ਲੱਗੇ ਸੋ ਤਬ ਆਏ ਆਏ, ਕਹਿੰਦੇ ਜਦੋਂ ਭੇਤ ਲੈ ਲਿਆ ਇਹ ਮੁਗਲਾਂ ਨੇ, ਹੁਣ ਕਿਲੇ ਦੇ ਕੋਲ ਆਏ ਹਨ। ਕਿਨ ਚੜਨ ਚਾਹਿਓ ਕਰ ਪਾਏ ਪਾਏ, ਤੇ ਜਿਹੜੇ ਮੁਗਲ ਪਹਾੜਾਂ ਦੇ ਪਿੱਛੇ ਲੁਕੇ ਸਨ ਕਿ ਖੌਰੇ ਅਸੀਂ ਲੁਕ ਕਰਕੇ ਬਚ ਜਾਵਾਂਗੇ, ਜਦੋਂ ਵੇਖਿਆ ਕਿ ਗਿਣਤੀ ਦੇ ਸਿੱਖ ਰਹਿ ਗਏ ਨੇ, ਇਹ ਚੀਜ਼ ਨੂੰ ਵੇਖ ਕਰਕੇ ਪਹਾੜਾਂ ਦੇ ਪਿੱਛੇ ਲੁਕੇ ਹੋਏ ਮੁਗਲ ਬਾਹਰ ਨਿਕਲੇ ਨੇ ਤੇ ਹੁਣ ਆਪਣੇ ਹੱਥਾਂ ਦੇ ਨਾਲ ਚਾਹੁੰਦੇ ਨੇ ਕਿ ਇਸ ਗੜੀ ਦੇ ਉੱਪਰ ਚੜ੍ਹਿਆ ਜਾਵੇ। ਬੜਾ ਹੀ ਜ਼ੋਰ ਲਾਉਂਦੇ ਨੇ, ਦੀਵਾਰਾਂ ਦੇ ਉੱਪਰ ਚੜ੍ਹ ਰਹੇ ਹਨ। ਤੇ ਜਦੋਂ ਵੱਧਦੇ ਨੇ ਚਮਕੌਰ ਦੀ ਗੜੀ ਦੇ ਵੱਲ, ਕੀ ਵੇਖਿਆ ਕਿ ਜਿੰਨੇ ਸਾਡੇ ਸਾਥੀ ਨੇ ਇਹਨਾਂ ਦੀ ਤਾਂ ਅਣਗਿਣਤ ਗਿਣਤੀ ਦੇ ਵਿੱਚ ਨਹੀਂ ਆ ਰਹੇ, ਇੰਨੀਆਂ ਮੁਗਲਾਂ ਦੀਆਂ ਸਾਥੀਆਂ ਦੀਆਂ ਲੋਥਾਂ ਪਈਆਂ ਹਨ। ਸਿੰਘ ਅਨਕ ਕੋ ਕਾਏ ਕਾਏ, ਕਹਿੰਦੇ 2 ਸਿੱਖ ਨੇ, ਇਹਨਾਂ ਦੋਵਾਂ ਸਿੱਖਾਂ ਨੇ ਲੱਖਾਂ ਹੀ ਮੁਗਲਾਂ ਦਾ ਨਾਸ਼ ਕਰ ਦਿੱਤਾ ਹੈ। ਸਕਲ ਨਹਿ ਤੀਰ ਤੀਰ, ਕਹਿੰਦੇ ਤੀਰ ਚਲਾਉਂਦੇ ਚਲਾਉਂਦੇ ਸੂਰਿਆਂ ਨੇ ਸਾਰੀ ਹੀ ਜਿਹੜੀ ਰਾਤ ਹੈ ਬਤੀਤ ਕੀਤੀ ਹੈ ਜੀ। ਵੇਦ ਤਨ ਵੀਰ ਵੀਰ, ਅੰਮ੍ਰਿਤ ਵੇਲਾ ਹੋਇਆ। ਦਿਨ ਦੇ ਸਮੇਂ ਸੂਰਿਆਂ ਦੇ ਕੋਲ ਜਿਹੜੇ ਤੀਰ ਸਨ, ਭੱਥੇ ਦੇ ਵਿੱਚੋਂ ਤੀਰ ਮੁੱਕ ਗਏ ਨੇ, ਬਿਨਾਂ ਹੀ ਤੀਰਾਂ ਤੋਂ ਜੰਗ ਦੇ ਵਿੱਚ ਆਏ ਹਨ। ਖਰਚੇ ਮਿਆਨ ਕਿਰਪਾਨ ਪਾਨ, ਕਵੀ ਜੀ ਕਹਿੰਦੇ ਤੀਰ ਤਾਂ ਮੁੱਕ ਗਏ ਪਰ ਮਿਆਨ ਦੇ ਵਿੱਚ ਅਜੇ ਕਿਰਪਾਨ ਬਾਕੀ ਹੈ। ਹਿੰਮਤ ਨਹੀਂ ਹਾਰਦੇ, ਮਿਆਨ ਦੇ ਵਿੱਚੋਂ ਸੂਰਿਆਂ ਨੇ ਭਗਉਤੀ ਨੂੰ ਬਾਹਰ ਕੱਢਿਆ, ਤਲਵਾਰ ਨੂੰ ਧੂ ਕਰਕੇ ਮਿਆਨ ਤੋਂ ਬਾਹਰ ਕੱਢਦੇ ਹਨ। ਸ਼ੇਰ ਸਮਾਨ ਮਾਨ, ਤੇ ਕਵੀ ਜੀ ਕਹਿੰਦੇ ਹੁਣ ਮੈਂ ਨਾ ਆਪ ਜੀਆਂ ਨੂੰ ਉੱਥੋਂ ਦਾ ਮਾਹੌਲ ਦੱਸਦਾ ਆ। 2 ਸੂਰੇ ਨੇ, ਮੁਗਲਾਂ ਨੇ ਸੋਚਿਆ ਕਿ ਖੌਰੇ 2 ਰਹਿ ਗਏ ਨੇ, ਹਿਰਦੇ ਦੇ ਵਿੱਚ ਕਿਤੇ ਡਰ ਆ ਜਾਵੇਗਾ ਕਿ ਅਸੀਂ ਗਿਣਤੀ ਦੇ ਵਿੱਚ 2 ਹਾਂ, ਡਰ ਜਾਣਗੇ। ਪਰ ਕਵੀ ਜੀ ਕਹਿੰਦੇ ਕੀ ਗੱਲ ਵਾਪਰੀ, ਜਦੋਂ ਮੈਂ ਤੱਕਿਆ ਏ 2 ਸੂਰਿਆਂ ਦੇ ਮੁਖੜਿਆਂ ਦੇ ਵੱਲ, ਕਹਿੰਦੇ ਐਵੇਂ ਲੱਗਦਾ ਜਿੱਦਾਂ ਕੋਈ ਬੱਬਰ ਸ਼ੇਰ ਆਪਣੇ ਸ਼ਿਕਾਰ ਦੇ ਵੱਲ ਨਿਕਲਦਾ ਏ ਨਾ, ਤੇ ਸ਼ਿਕਾਰ ਕਰਕੇ ਮਸ਼ਹਿਰਿਆਂ ਦੇ ਉੱਪਰ ਲਹੂ ਦੇ ਨਾਲ ਭਰਿਆ ਹੁੰਦਾ ਏ ਮੂੰਹ। ਇਵੇਂ ਕਵੀ ਜੀ ਕਹਿੰਦੇ ਦੋਵਾਂ ਸੂਰਿਆਂ ਦੇ ਜਿਹੜੇ ਮੁਖ ਨੇ ਵੇਖ ਕਰਕੇ ਬੜਾ ਭੈ ਆਉਂਦਾ ਏ, ਐਵੇਂ ਲੱਗਦਾ ਜਿਵੇਂ ਕੋਈ ਬੱਬਰ ਸ਼ੇਰ ਰਣ ਖੇਤਰ ਦੇ ਵਿੱਚ ਉਤਰ ਆਇਆ ਹੋਵੇ ਜੀ। ਲੋਚਨ ਲਾਲ ਲਾਲ, ਤੇ ਇਹਨਾਂ ਦੇ ਨੇਤਰਾਂ ਦੇ ਵੱਲ ਵੇਖ ਕੇ ਵੀ ਹਿਰਦੇ ਦੇ ਵਿੱਚ ਭੈ ਆ ਜਾਂਦਾ ਹੈ। ਲਾਲਗੀਆਂ ਦੇ ਨਾਲ ਭਰੇ ਹੋਏ ਨੇ, ਨੇਤਰਾਂ ਦੇ ਵੱਲ ਵੀ ਤੱਕਿਆ ਨਹੀਂ ਜਾ ਰਿਹਾ ਜੀ। ਲਖੇ ਤਿਸ ਕਾਲ ਕਾਲ, ਕਹਿੰਦੇ ਉਸ ਸਮੇਂ ਨੂੰ
ਮੁਗਲ ਚੜ੍ਹ ਕਰਕੇ ਚੜ੍ਹਾਈ ਕਰਕੇ ਆਏ ਨੇ, ਸੂਰਿਆਂ ਦੇ ਉੱਪਰ ਵਾਰ ਕਰਦੇ ਹਨ। ਚੜ ਭੀਤ ਹਾਥ ਕੋ ਪਾਏ ਪਾਏ। ਹਾਂ, ਤੇ ਜ਼ੋਰ ਲਾ ਕਰਕੇ ਚਾਹੁੰਦੇ ਨੇ ਕਿ ਕੁਝ ਤਾਂ ਇੱਧਰ ਜੰਗ ਕਰਨ, ਬਾਕੀ ਦੇ ਇਸ ਗੜੀ ਦੇ ਉੱਪਰ ਚੜ੍ਹ ਜਾਵਣ। ਇਸ ਗੜੀ ਦੇ ਉੱਪਰ ਚੜ੍ਹਨ ਦੀਆਂ ਕੋਸ਼ਿਸ਼ਾਂ ਕਰਦੇ ਹਨ। ਹਵਾ ਮੂਲ ਮੁਖ ਗਾਏ ਗਾਏ। ਹਾਂ, ਕਹਿੰਦੇ ਇੰਨੇ ਸਮੇਂ ਨੂੰ ਸਿੱਖਾਂ ਨੇ ਮੁਖ ਦੇ ਵਿੱਚੋਂ ਜਕਾਰੇ ਛੱਡੇ ਨੇ। ਉੱਚੀ ਆਵਾਜ਼ ਦੇ ਵਿੱਚ ਸਿੱਖ ਸੂਰੇ ਜਕਾਰੇ ਲਾਉਂਦੇ ਹੋਏ ਅੱਗੇ ਵੱਧਦੇ ਨੇ। ਇਸ ਚੀਜ਼ ਨੂੰ ਵੇਖ ਕਰਕੇ ਜੀ ਤੁਰਕ ਚਿਤ ਚਾਏ ਚਾਏ। ਹਾਂ, ਕਹਿੰਦੇ ਮੁਗਲਾਂ ਨੇ ਜਦੋਂ ਵੇਖਿਆ ਵੀ ਜਕਾਰੇ ਲਾਉਂਦੇ ਵੱਧਦੇ ਆ ਰਹੇ ਨੇ, ਇਹਨਾਂ ਨੂੰ ਵੀ ਫੜ ਲਿਆ ਜਾਵੇ, ਫੜਦੇ ਨੇ। ਫਿਰ ਸਾਹਮਣੇ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਜਾ ਕੇ ਵੇਖਿਆ, ਕੀ ਵੇਖਦੇ ਨੇ ਕਿ ਚਮਕੌਰ ਦੀ ਗੜੀ ਦੇ ਵਿੱਚ ਤਾਂ ਕੋਈ ਸਿੱਖ ਰਹਿ ਹੀ ਨਹੀਂ ਗਿਆ, ਕੇਵਲ 2 ਬਚੇ ਨੇ। ਇਹ ਚੀਜ਼ ਨੂੰ ਵੇਖ ਕੇ ਮੁਗਲਾਂ ਦੇ ਅੰਦਰ ਬੜਾ ਚਾਅ ਚੜ੍ਹਨ ਲੱਗਾ ਹੈ ਜੀ। ਕੂਦ ਤਬ ਧਾਏ ਧਾਏ। ਇਹਨਾਂ ਦੋਵਾਂ ਸਿੱਖਾਂ ਨੂੰ ਹੁਣ ਫਤਿਹ ਕਰਨ ਦੇ ਲਈ ਜਰਨੈਲ ਨੇ ਹੁਕਮ ਕਰ ਦਿੱਤਾ ਕਿ 2 ਰਹਿ ਗਏ ਨੇ, ਸਾਰੀ ਫੌਜ ਇੱਕੋ ਵਾਰ ਹੀ ਟੁੱਟ ਕੇ ਇਹਨਾਂ ਦੇ ਉੱਪਰ ਪੈ ਜਾਵੋ। ਜਰਨੈਲ ਦੀ ਗੱਲ ਸੁਣ ਕੇ ਮੁਗਲ ਕਹਿੰਦੇ ਭੁੱਖਿਆਂ ਦੇ ਵਾਂਗ ਇਹਨਾਂ ਸੂਰਿਆਂ ਦੇ ਉੱਪਰ ਟੁੱਟ ਕਰਕੇ ਪੈ ਗਏ ਹਨ। ਤਰਾਸ ਕੋ ਤਿਆਗ ਤਿਆਗ। ਕਹਿੰਦੇ ਸਾਰਿਆਂ ਨੇ ਹਿਰਦੇ ਵਿੱਚੋਂ ਡਰ ਕੱਢ ਕੇ ਇਹ ਜਿਹੜੇ ਗਿੱਦੜ ਨੇ ਸਿੱਖਾਂ ਦੇ ਉੱਪਰ ਚੜ੍ਹ ਆਏ ਹਨ। ਸਿੰਘ ਖੜਗ ਤੇ ਝਾਗ ਝਾਗ। ਇਧਰ ਸੂਰਮੇ ਵੀ ਅਜੇ ਡਰਦੇ ਨਹੀਂ। ਜਦੋਂ ਚੜ੍ਹੇ ਆਏ ਵੇਖ ਕਰਕੇ ਆਪਣੀ ਤਲਵਾਰ ਦੇ ਵਾਰ ਕਰਦੇ ਹਨ। ਘਾਵ ਦੇਹ ਕੋ ਲਾਗ ਲਾਗ। ਅਜੇ ਵੀ ਮਰਦੇ ਮਰਦੇ ਵੀ ਮੁਗਲਾਂ ਦੀਆਂ ਲੋਥਾਂ ਦੇ ਢੇਰ ਲਾ ਰਹੇ ਹਨ। ਚੱਲਿਓ ਰਕਤ ਪਟ ਭਾਗ ਭਾਗ। ਤਾਂ ਕਹਿੰਦੇ ਇੰਨੇ ਸਮੇਂ ਨੂੰ ਸਿੱਖਾਂ ਦੇ ਸਰੀਰ ਦੇ ਉੱਪਰ ਫੱਟ ਲੱਗੇ। ਕੀ ਫੱਟ ਲੱਗਣ ਨਾਲ ਬਣਿਆ? ਜਿਹੜੇ ਵਸਤਰ ਪਾਏ ਨੇ ਸੂਰਿਆਂ ਦੇ ਸਾਰੇ ਹੀ ਫੱਟ ਲੱਗਣ ਦੇ ਨਾਲ ਲਹੂ ਦੇ ਨਾਲ ਭਰ ਗਏ ਨੇ। ਸਾਰੇ ਵਸਤਰਾਂ ਨੇ ਰੰਗ ਬਦਲ ਕਰਕੇ ਲਾਲੀ ਫੜ ਲਈ ਹੈ ਜੀ। ਤਬ ਦੌਰ ਦੌਰ। ਫਿਰ ਵੀ ਕਵੀ ਜੀ ਕਹਿੰਦੇ ਅਜੇ ਵੀ ਪੂਰੀ ਉੱਚੀ ਆਵਾਜ਼ ਦੇ ਵਿੱਚ ਗੜਕਦੇ ਨੇ, ਵੈਰੀਆਂ ਨਾਲ ਯੁੱਧ ਕਰ ਰਹੇ ਹਨ। ਅਨੇਕ ਤਬ ਠੌਰ ਠੌਰ। ਅਨੇਕਾਂ ਨੂੰ ਮਾਰਦੇ ਮਾਰਦੇ ਅਜੇ ਵੀ ਕਦੇ ਇਹਨੂੰ ਮਾਰਦੇ ਨੇ, ਕਦੇ ਦੂਜੇ ਦੇ ਉੱਪਰ ਵਾਰ ਕਰਦੇ ਹਨ। ਭਗਤੇ ਮਾਰ ਮਾਰ। ਇਸ ਤਰੀਕੇ ਨਾਲ ਬੜਾ ਗਹਿ ਗਚ ਦਾ ਯੁੱਧ ਹੋਇਆ ਤੇ ਸੂਰਮੇ ਮਾਰਦੇ ਮਾਰਦੇ ਹੁਣ ਜਿਹੜਾ ਸਰੀਰ ਇਹ ਨਿਢਾਲ ਹੋ ਗਿਆ ਹੈ ਜੀ। ਸ਼ਬਦ ਤੇ ਤਾਰ ਤਾਰ। ਆ ਉੱਚੀ ਆਵਾਜ਼ ਦੇ ਵਿੱਚ ਆਵਾਜ਼ਾਂ ਨਿਕਲਦੀਆਂ ਨੇ ਜਦੋਂ ਮੁਗਲਾਂ ਦੇ ਤੀਰ ਚੱਲਦੇ ਹਨ। ਕਾਟ ਕਾਟ। ਆ ਕਹਿੰਦੇ ਬੜੇ ਤੁਰਕਾਂ ਨੂੰ ਕੱਟਦੇ ਕੱਟਦੇ ਹੁਣ ਸੂਰੇ ਇੱਕ ਜਗ੍ਹਾ ਦੇ ਉੱਪਰ ਖੜ ਗਏ ਹਨ। ਬੇਸ਼ੁਮਾਰ ਕੇ ਫਾਟ ਫਾਟ। ਆ ਲੱਖਾਂ ਦੇ ਸਰੀਰਾਂ ਨੂੰ ਪਾੜ ਦਿੱਤਾ ਹੈ, ਛਾਤੀਆਂ ਵਿੰਨ ਦਿੱਤੀਆਂ ਨੇ। ਤੇ ਸੂਰਿਆਂ ਦੇ ਸਰੀਰ ਦੇ ਵਿੱਚ ਕਿੰਨਾ ਕੁ ਬਲ ਰਹਿਣਾ ਸੀ। 8 ਮਹੀਨੇ ਤੋਂ ਕਿਲੇ ਦੇ ਵਿੱਚ ਬੰਦ ਨੇ। 8 ਮਹੀਨਿਆਂ ਬਾਅਦ ਬਾਹਰ ਨਿਕਲੇ ਨੇ। ਪ੍ਰਸ਼ਾਦਾ ਪਾਣੀ ਛਕਿਆ ਨਹੀਂ ਕਈ ਮਹੀਨਿਆਂ ਦਾ। ਸਰਸਾ ਦੇ ਕੰਢੇ ਦੇ ਉੱਪਰ ਸਰੀਰ ਵਸਤਰ ਜਿਹੜੇ ਨੇ ਉਹ ਗਿੱਲੇ ਹੋ ਗਏ ਨੇ, ਭਿੱਜ ਗਏ ਨੇ। ਚਮਕੌਰ ਦੀ ਗੜੀ ਦੇ ਵਿੱਚ ਰਾਤ ਕੱਟੀ ਹੈ ਠੰਡ ਦੇ ਵਿੱਚ, ਕੁਝ ਛਕਿਆ ਤੱਕ ਨਹੀਂ। ਕਈ ਦਿਨਾਂ ਦੇ ਲੜਦੇ ਆਏ ਨੇ। ਕਿੰਨੀ ਕੁ ਸਦਾ ਰਹਿ ਜਾਣੀ ਸੀ, ਕਿੰਨਾ ਕੁ ਬਲ ਰਹਿ ਜਾਣਾ ਸੀ। ਸੂਰਮੇ ਹੁਣ ਇੱਕ ਜਗ੍ਹਾ ਤੇ ਖੜ ਗਏ ਹਨ। ਆਏ ਸੈਂਕੜੀ ਘੇਰ ਘੇਰ। ਹੁਣ ਕਵੀ ਜੀ ਕਹਿੰਦੇ ਅਨੇਕਾਂ ਹੀ ਮੁਗਲ ਚੜ੍ਹ ਕੇ ਆ ਕੇ ਸੂਰਿਆਂ ਨੂੰ ਘੇਰ ਲਿਆ ਹੈ ਜੀ। ਅਲੰਕਾਰ ਖਿੱਚਦੇ ਨੇ ਕਵੀ ਜੀ। ਕਹਿੰਦੇ ਜਿਵੇਂ ਅਸਮਾਨ ਦੇ ਵਿੱਚ ਨਾ ਚੰਦਰਮਾ ਚੜ੍ਹਿਆ ਏ, ਚੰਦਰਮਾ ਦੇ ਪ੍ਰਤਾਪ ਨੂੰ ਵੇਖ ਕੇ ਅਨੇਕਾਂ ਹੀ ਤਾਰੇ ਉਹਦੇ ਕੋਲ ਆ ਜਾਂਦੇ ਨੇ, ਚੰਦਰਮਾ ਨੂੰ ਘੇਰਾ ਪਾਉਂਦੇ ਨੇ। ਇਸੇ ਤਰੀਕੇ ਦੇ ਨਾਲ ਇਹ ਸਿੱਖਾਂ ਦੇ ਪ੍ਰਤਾਪ ਨੂੰ ਵੇਖ ਕਰਕੇ ਇਹਨਾਂ ਮੁਗਲਾਂ ਨੇ ਆ ਕੇ ਘੇਰਾ ਪਾ ਲਿਆ ਹੈ ਜੀ। ਚਰਨ ਅਗਰ ਕੋ ਡਾਰ ਡਾਰ। ਤੇ ਸੂਰਮੇ ਕਹਿੰਦੇ ਪੈਰ ਨਹੀਂ ਪਿਛੇ ਫੁੱਟਦੇ।
ਆਪਣੇ ਚਰਨਾਂ ਨੂੰ ਸ਼ਹੀਦੀ ਪਾਉਂਦੇ ਪਾਉਂਦੇ ਵੀ ਅੱਗੇ ਵਧਾ ਰਹੇ ਹਨ। ਮਨ ਰਹਿਓ ਜਬੈ ਲਗ ਮਾਰ ਮਾਰ। ਆ ਕਹਿੰਦੇ ਜਦੋਂ ਵਾਰ ਕਰਦਿਆਂ ਕਰਦਿਆਂ ਹੁਣ ਸੂਰਮਿਆਂ ਦੇ ਸਰੀਰ ਦੇ ਵਿੱਚੋਂ ਬਲ ਜਿਹੜਾ ਹੈ ਖਤਮ ਹੋ ਗਿਆ ਹੈ। ਹੁਣ ਖੜਗ ਸੈਂਕੜੇ ਕਾਢ ਕਾਢ। ਫਿਰ ਸੈਂਕੜਿਆਂ ਨੇ ਕਹਿੰਦੇ ਵਾਰ ਕਰ ਦਿੱਤੇ ਸੂਰਿਆਂ ਦੇ ਉੱਪਰ। ਇਹਨਾਂ ਦੋਵਾਂ ਸੂਰਮਿਆਂ ਦੇ ਸਰੀਰਾਂ ਨੂੰ ਵਾਰ ਕਰਕੇ ਕੱਟ ਦਿੱਤਾ ਹੈ ਜੀ। ਸਿੰਘ ਵੀਰ ਤਨ ਬਾੜ ਬਾੜ। ਆ ਕਹਿੰਦੇ ਜੁਗ ਦੋਵੇਂ ਸੂਰਮਿਆਂ ਦੇ ਸਰੀਰਾਂ ਨੂੰ ਇਹਨਾਂ ਮੁਗਲਾਂ ਨੇ ਵੱਢ ਦਿੱਤਾ ਹੈ। ਹੁਣ ਗਿਰੇ ਧਰਨ ਅਰ ਗੇਰ ਗੇਰ। ਕਈਆਂ ਨੂੰ ਸੁੱਟਦੇ ਸੁੱਟਦੇ, ਕਈਆਂ ਨੂੰ ਮਾਰਦੇ ਮਾਰਦੇ ਚਮਕੌਰ ਦੀ ਗੜੀ ਦੇ ਵਿੱਚ ਅਖੀਰਲੇ ਦੋ ਸ਼ਹੀਦ ਸਿੰਘ ਭਾਈ ਸੰਤ ਸਿੰਘ ਜੀ, ਭਾਈ ਸੰਗਤ ਸਿੰਘ ਜੀ, ਇਹ ਦੋਵੇਂ ਸੂਰਮੇ ਅਖੀਰਲੇ ਰਹਿ ਗਏ ਨੇ। ਇਹਨਾਂ ਦੇ ਸਰੀਰਾਂ ਨੂੰ ਵੀ ਮੁਗਲਾਂ ਨੇ ਕੱਟ ਕਰਕੇ ਧਰਤੀ ਤੇ ਸੁੱਟ ਦਿੱਤਾ ਹੈ। ਹੁਣ ਖੜਗ ਪ੍ਰਹਾਰੈ ਹੇਰ ਹੇਰ। ਸਾਰਿਆਂ ਨੇ ਵੇਖਿਆ ਸੀ ਕਿ ਕੈਸੀ ਇਹਨਾਂ ਦੇ ਵਿੱਚ ਸ਼ਮਤਾ ਪਾਈ ਏ, ਕੈਸਾ ਬਲ ਇਹਨਾਂ ਦੇ ਗੁਰੂ ਨੇ ਇਹਨਾਂ ਦੇ ਅੰਦਰ ਫੂਕ ਦਿੱਤਾ ਏ, ਜਿਹਦੇ ਨਾਲ ਇਹਨਾਂ ਨੇ ਲੱਖਾਂ ਨੂੰ ਹੀ ਮਾਰ ਕੇ ਸੁੱਟ ਦਿੱਤਾ। ਇਹ ਚੀਜ਼ਾਂ ਨੂੰ ਵੇਖ ਕੇ ਮੁਗਲ ਹੈਰਾਨ ਹੋ ਰਹੇ ਹਨ। ਇਹ ਗੁਰੂ ਆਪ ਰਨ ਠਾਨ ਠਾਨ। ਕਹਿੰਦੇ ਕੀ ਤੱਕਿਆ ਏ। ਜਦੋਂ ਦੋਵਾਂ ਸੂਰਮਿਆਂ ਦੇ ਕੋਲ ਗਏ ਨੇ ਤੇ ਉਹਨਾਂ ਦੇ ਮੁਖੜੇ ਦੇ ਵਿੱਚੋਂ ਝਲਕਾਰਾ ਪੈਂਦਾ ਕਲਗੀਧਰ ਦਾ। ਇਹਨਾਂ ਨੇ ਸੋਚਿਆ ਖੌਰੇ ਕਲਗੀਧਰ ਨੂੰ ਮਾਰ ਦਿੱਤਾ ਏ। ਇਹ ਚੀਜ਼ ਨੂੰ ਵੇਖ ਕੇ ਬੜੇ ਖੁਸ਼ ਹਨ। ਕਰ ਹਤਿਓ ਤਨ ਤਾਨ ਤਾਨ। ਤੇ ਦੂਸਰੇ ਪਾਸੇ ਤੱਕਦੇ ਨੇ ਕਿ ਇਹਨਾਂ ਨੇ ਤਾਂ ਸਾਡੇ ਵੱਡੇ ਵੱਡੇ ਲਸ਼ਕਰ ਹੀ ਜਿਹੜੇ ਤਬਾਹ ਕਰ ਦਿੱਤੇ ਹਨ। ਖਵਾਜ ਮਰਦ ਚਿਤ ਚਾਏ ਚਾਏ। ਪਰ ਫਿਰ ਵੀ ਭਾਵੇਂ ਖਵਾਜਾ ਮਰਦੂਦ ਆਇਆ ਏ, ਕਹਿਣ ਲੱਗਾ ਭਾਵੇਂ ਇਹਨਾਂ ਨੇ ਸਾਡੇ ਲਸ਼ਕਰਾਂ ਦੇ ਲਸ਼ਕਰ ਤਬਾਹ ਕਰ ਦਿੱਤੇ ਨੇ, ਪਰ ਸਿੱਖਾਂ ਦਾ ਪੀਰ, ਸਿੱਖਾਂ ਦਾ ਗੁਰੂ ਕਲਗੀਧਰ ਅਸਾਂ ਮਾਰ ਦਿੱਤਾ। ਇਹ ਵਹਿਮ ਨੂੰ ਪਾਲ ਕਰਕੇ ਤੇ ਬੜਾ ਖੁਸ਼ ਹੁੰਦਾ ਹੈ ਖਵਾਜਾ ਮਰਦੂਦ। ਹੁਣ ਸੁਣ ਦਇਓ ਕੋਟ ਮਹਿ ਧਾਏ ਧਾਏ। ਇਹ ਚੀਜ਼ ਨੂੰ ਵੇਖ ਕੇ ਚਮਕੌਰ ਦੀ ਗੜੀ ਦੇ ਵਿੱਚ ਭੱਜਾ ਅੰਦਰ ਪ੍ਰਵੇਸ਼ ਕਰਦਾ ਹੈ ਜੀ। ਦਿਓ ਗੁਰ ਜਾਨ ਜਾਨ। ਸਾਰਿਆਂ ਨੇ ਸੁਣਿਆ ਜਦੋਂ ਕਿ ਕਲਗੀਧਰ ਨੂੰ ਮਾਰ ਦਿੱਤਾ। ਇਹ ਗੱਲ ਨੂੰ ਸੁਣ ਕੇ ਸਾਰੇ ਹੀ ਭੱਜੇ ਚਮਕੌਰ ਦੀ ਗੜੀ ਵਿੱਚ ਆਏ ਹਨ। ਸਮੀਪ ਮੁੱਦ ਠਾਨ ਠਾਨ। ਬੜੀ ਖੁਸ਼ੀ ਦੇ ਨਾਲ, ਬੜੇ ਚਾਅ ਦੇ ਨਾਲ ਚਮਕੌਰ ਦੀ ਗੜੀ ਦੇ ਵਿੱਚ ਗਏ ਹਨ। ਸੁੰਦਰ ਸਰੂਪ ਮੁਖ ਹੀਰ ਹੀਰ। ਤੇ ਸਿੱਖਾਂ ਦੇ ਮੁਖੜੇ ਬੜੇ ਸੋਹਣੇ ਲੱਗਦੇ ਨੇ। ਭਾਵੇਂ ਸ਼ਹਾਦਤਾਂ ਨੂੰ ਪਾ ਗਏ ਨੇ, ਪਰ ਜਿਹੜਾ ਪ੍ਰਤਾਪ ਬਾਣੀ ਪੜ੍ਹ ਕੇ ਮਹਾਂਪੁਰਖਾਂ ਦੇ ਮੁਖੜਿਆਂ ਤੇ ਨਾ ਕਦੇ ਵੀ ਜ਼ਿੰਦਗੀ ਦੇ ਵਿੱਚ ਤੱਕ ਕੇ ਵੇਖਿਓ। ਜਿਹੜਾ ਪੂਰਨ ਮਹਾਂਪੁਰਖ ਹੋਵੇਗਾ ਨਾ, ਸਾਡੇ ਵਰਗਿਆਂ ਦੇ ਸਰੀਰ ਤਾਂ ਗਲ ਜਾਂਦੇ ਨੇ, ਬਦਬੂ ਮਾਰਨ ਲੱਗ ਪੈਂਦੇ ਨੇ। ਪਰ ਜਦੋਂ ਕਿਸੇ ਮਹਾਂਪੁਰਖ ਆਪਣੇ ਸਰੀਰ ਦੇ ਵਿੱਚੋਂ ਆਪਣੇ ਇਸ ਜਿੰਦ ਨੂੰ ਬਾਹਰ ਕੱਢ ਕੇ ਅਕਾਲ ਪੁਰਖ ਦੇ ਵਿੱਚ ਪ੍ਰਵੇਸ਼ ਕਰਦੇ ਨੇ, ਜਦੋਂ ਕਹਿੰਦੇ ਉਹਨਾਂ ਦਾ ਸਰੀਰ ਪਿਆ ਨਾ ਪੰਜ ਭੂਤਕ, ਉਹਨਾਂ ਦੇ ਸਰੀਰ ਦੇ ਵਿੱਚੋਂ ਐਵੇਂ ਭਾਸਦਾ ਏ, ਲਾਲੀਆਂ ਦਿਸਦੀਆਂ ਨੇ। ਉਹਨਾਂ ਦੇ ਮੁਖੜੇ ਦੇ ਵਿੱਚੋਂ ਤੇਜ ਪ੍ਰਤਾਪ ਦਿਸਦੇ ਨੇ। ਭਾਵੇਂ ਸਰੀਰ ਦੇ ਵਿੱਚ ਸੱਤਾ ਨਹੀਂ, ਆਤਮਾ ਨਹੀਂ, ਜਾਨ ਨਹੀਂ, ਕਿਉਂਕਿ ਉਹਨਾਂ ਦੇ ਅੰਦਰ ਉਹ ਜੋਤ ਦਾ ਵਾਸਾ ਏ, ਜਿਹੜੀ ਜੋਤ ਅਕਾਲ ਪੁਰਖ ਦਾ ਜਾਪ ਕੀਤਿਆਂ, ਬਾਣੀ ਪੜ੍ਹਿਆ, ਜਿਹੜਾ ਪ੍ਰਤਾਪ ਉਹਦੀ ਉਸਤਤ ਵਡਿਆਈ ਕੀਤਿਆਂ ਮਿਲਦਾ ਹੈ ਨਾ, ਉਹ ਪ੍ਰਤਾਪ ਇਹਨਾਂ ਦੇ ਮੁਖੜਿਆਂ ਦੇ ਉੱਪਰ ਭਾਸਦਾ ਹੈ, ਕਿਸੇ ਮਹਾਂਪੁਰਖ ਦੇ, ਗੁਰੂ ਦੇ ਪਿਆਰੇ ਦੇ ਮੁਖੜੇ ਦੇ ਉੱਪਰ। ਇਸੇ ਤਰੀਕੇ ਨਾਲ ਮੁਗਲਾਂ ਨੇ ਵੇਖਿਆ ਕਿ ਭਾਵੇਂ ਦੋਵਾਂ ਨੂੰ ਮਾਰ ਦਿੱਤਾ ਹੈ, ਪਰ ਜਿਹੜੇ ਪਏ ਹੋਇਆਂ ਦੇ ਮੁਖੜੇ ਕਹਿੰਦੇ ਬੜੇ ਸੋਹਣੇ ਲੱਗਦੇ ਨੇ। ਸਰੀਰ 'ਚ ਜਾਨ ਨਹੀਂ, ਪਰ ਬੜੇ ਸੁੰਦਰ ਭਾਸਦੇ ਹਨ। ਹਜ਼ਾਰ ਤਹਿ ਘੇਰ ਘੇਰ। ਹਜ਼ਾਰਾਂ ਮੁਗਲ ਆਏ ਨੇ, ਆ ਕਰਕੇ ਵੇਖਦੇ ਹਨ। ਖਵਾਜ ਰਿਸ ਧਾਰ ਧਾਰ। ਕਹਿੰਦੇ ਖਵਾਜਾ ਮਰਦੂਦ ਵੇਖ ਕੇ ਆਪਣੇ ਹਿਰਦੇ ਦੇ ਅੰਦਰ
ਬੜੇ ਗੁੱਸੇ ਨੂੰ ਧਾਰਨ ਕਰਦਾ ਹੈ। ਹੁਣ ਸਭ ਕੋ ਪੁਕਾਰ ਕਹਿ ਬਾਰ ਬਾਰ, ਸਾਰਿਆਂ ਨੂੰ ਆਵਾਜ਼ਾਂ ਲਾਉਂਦਾ ਹੈ ਕਿ ਸਾਰੇ ਮੇਰੇ ਕੋਲ ਆ ਜਾਵੋ। ਹੁਣ ਦੇਵੋ ਦੋਹਨ ਕੇ ਕਾਟ ਕਾਟ, ਕੀ ਕਰੋ ਹੁਣ? ਕਵੀ ਜੀ ਕਹਿੰਦੇ ਗਿੱਦੜਾਂ ਨੇ ਗਿੱਦੜਾਂ ਵਾਲੀ ਕਰ ਵਿਖਾਈ। ਹੁਣ ਜੇ ਮਰਦ ਹੁੰਦੇ ਤੇ ਮਰਦਾਂ ਵਾਲੀ ਕਰਦੇ। ਸਰੀਰ ਛੱਡੇ ਨੇ ਸੂਰਿਆਂ ਦੇ, ਪਏ ਹੋਏ ਸਰੀਰਾਂ ਦੇ। ਖਵਾਜਾ ਮਰਦੂਦ ਨੇ ਆਵਾਜ਼ ਲਗਾਈ ਏ, ਕਹਿੰਦੇ ਛੇਤੀ ਦੇ ਨਾਲ ਮੇਰੇ ਕੋਲ ਆਵੋ, ਇਹਨਾਂ ਦੋਵਾਂ ਦੇ ਗਲਿਆਂ ਨੂੰ ਕੱਟ ਦਿੱਤਾ ਜਾਵੇ ਜੀ। ਪਖੈ ਬਿਹੰਗਮ ਬਾਟ ਬਾਟ, ਇਹਨਾਂ ਦੇ ਸਿਰ ਵੱਖਰੇ ਕਰ ਦਿੱਤੇ ਜਾਣ ਤੇ ਸਰੀਰ ਧੜ ਇਸੇ ਜਗ੍ਹਾ ਤੇ ਰਹਿਣ ਦਿਓ। ਇਹਨਾਂ ਨੂੰ ਪੰਛੀ ਆ ਕੇ ਆਪੇ ਚੁੰਝਾਂ ਮਾਰ ਕੇ ਇਹਨਾਂ ਦੇ ਮਾਸ ਨੂੰ ਖਾ ਲੈਵਣਗੇ ਜੀ। ਸੁਤਰ ਸੌਰਣ ਬੋਲ ਬੋਲ, ਆਵਾਜ਼ ਲਗਾਈਏ ਖਵਾਜਾ ਮਰਦੂਦ ਨੇ ਕਿ ਛੇਤੀ ਦੇ ਨਾਲ ਊਠ ਸਵਾਰਾਂ ਨੂੰ ਸੱਦਣਾ ਕਰੋ, ਜਿਹੜੇ ਮੇਰਾ ਸੁਨੇਹਾ ਲੈ ਕੇ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਜਾਵਣ। ਹੁਣ ਰਾਤ ਚਲਹਿ ਮਗ ਟੋਲ ਟੋਲ, ਤੇ ਉਹਨਾਂ ਨੂੰ ਮੇਰਾ ਸੱਦਾ ਲਾ ਦਿੱਤਾ ਜਾਵੇ ਕਿ ਦਿਨ ਰਾਤ ਚੱਲਣਾ ਹੈ, ਰੁਕਣਾ ਨਹੀਂ। ਇਸੇ ਤਰੀਕੇ ਦੇ ਨਾਲ ਲਾਗੇ ਖਲੋਤੇ ਮੁਗਲਾਂ ਨੇ, ਸਿਪਾਹੀਆਂ ਨੇ ਊਠ ਸਵਾਰਾਂ ਨੂੰ ਆਵਾਜ਼ ਲਗਾ ਦਿੱਤੀ ਹੈ ਜੀ। ਸ਼ਾਹੇ ਪਹੁੰਚੈ ਧਾਏ ਧਾਏ, ਹਾਂ ਤੇ ਕੀ ਹੁਕਮ ਕਰਦਾ ਹੈ? ਕਹਿੰਦਾ ਛੇਤੀ ਦੇ ਨਾਲ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਜਾਣਾ ਕਰੋ। ਹੁਣ ਸੀਸ ਬਲ ਗਾਏ ਗਾਏ, ਹਾਂ ਤੇ ਇਹਨਾਂ ਦੇ ਸੀਸ ਨੂੰ ਲੈ ਜਾਵੋ ਤੇ ਸੀਸ ਲੈ ਕੇ ਜਾਂਦਿਆਂ ਰਸਤੇ ਦੇ ਵਿੱਚ ਸਾਡੀਆਂ ਵਡਿਆਈਆਂ, ਸਾਡੇ ਗੁਣਾਂ ਨੂੰ ਗਾਉਂਦੇ ਹੋਏ ਚਲੀ ਜਾਵੋ। ਹੁਣ ਦੇਵ ਗੁਰੂ ਰਣ ਘੇਰ ਘੇਰ, ਹਾਂ ਤੇ ਕਿਸ ਤਰੀਕੇ ਦੇ ਨਾਲ ਅਸੀਂ ਗੁਰੂ ਨੂੰ ਘੇਰਾ ਪਾ ਕੇ ਰਣ ਭੂਮੀ ਦੇ ਅੰਦਰ ਸਿੱਖਾਂ ਦੇ ਗੁਰੂ ਨੂੰ ਮਾਰ ਦਿੱਤਾ ਹੈ, ਇਹ ਵਡਿਆਈਆਂ ਕਰਦੇ ਚਲੇ ਜਾਵੋ। ਹੁਣ ਸੁਪਟ ਸੁਲਾਖੋ ਗੇਰ ਗੇਰ, ਕਿਵੇਂ ਲੱਖਾਂ ਸੂਰਮਿਆਂ ਨੂੰ ਮਾਰ ਕਰਕੇ ਵਡਿਆਈਆਂ ਵੀ ਕਰਦਾ ਹੈ। ਤੱਕਦਾ ਹੈ ਨਾ ਜਦੋਂ ਆਪਣੇ ਫੌਜਾਂ ਦੇ ਵੱਲ, ਕੀ ਵੇਖਦਾ ਹੈ? ਕਹਿੰਦੇ ਭਾਵੇਂ ਗਿਣਤੀ ਦੇ ਵਿੱਚ 40 ਨੇ ਪਰ ਲੱਖਾਂ ਨੂੰ ਮਾਰ ਗਏ। ਬੜੇ ਹੀ ਬੜੀ ਸੂਰਮੇ ਸਨ। ਕੀਨ ਕੀਨ ਦਰਬਾਰ ਵਾਰ, ਹਾਂ ਕਹਿੰਦੇ ਇਹ ਚੀਜ਼ ਨੂੰ ਵੇਖ ਕੇ ਖਵਾਜਾ ਮਰਦੂਦ ਦੀ ਗੱਲ ਨੂੰ ਸੁਣ ਕੇ ਇਹਨਾਂ ਬੇਰਹਿਮਾਂ ਨੇ, ਬੇਧਰਮੀਆਂ ਨੇ ਦੋਵਾਂ ਸਿੱਖਾਂ ਦੇ ਗਲੇ ਦੇ ਉੱਪਰ ਵਾਰ ਕਰ ਦਿੱਤੇ ਹਨ। ਤਲ ਧਾਰ ਧਾਰ, ਹਾਂ ਕਹਿੰਦੇ ਹੁਣ ਸਿੱਖਾਂ ਦੇ ਸਿਰ ਵੱਢ ਦਿੱਤੇ ਨੇ ਤੇ ਧੜ ਅਲੱਗ ਕਰ ਦਿੱਤਾ ਹੈ ਜੀ। ਸੁਤਰ ਸੌਰ ਹਕਾਰ ਕਾਰ, ਉਸ ਵੇਲੇ ਊਠ ਸਵਾਰਾਂ ਨੂੰ ਆਵਾਜ਼ ਦਿੱਤੀ ਏ, ਕੋਲ ਆਏ ਹਨ ਸੀਕਰ ਬਿਲੰਬ ਵਿਸਾਰ ਸਾਰ, ਤੇ ਕਹਿਣ ਲੱਗਾ ਏ ਕਿ ਛੇਤੀ ਦੇ ਨਾਲ ਔਰੰਗਜ਼ੇਬ ਦੇ ਕੋਲ ਜਾਇਓ। ਵਿਲੰਬ ਦੇਰੀ ਨਹੀਂ ਕਰਨੀ, ਬਿਨਾਂ ਦੇਰੀ ਤੋਂ ਔਰੰਗਜ਼ੇਬ ਦੇ ਕੋਲ ਜਾਣਾ ਕਰੋ। ਹੁਣ ਆਗੇ ਚਲੇ ਜਾਓ ਨਿਤ ਦੌਰ ਦੌਰ, ਰਸਤੇ ਦੇ ਉੱਪਰ ਚਲੇ ਜਾਵੋ, ਬੜੀ ਕਾਹਲੀ ਦੇ ਨਾਲ ਭੱਜ ਕਰਕੇ ਜਾ ਕੇ ਖੁਸ਼ੀਆਂ ਦੇਣੀਆਂ ਕਰੋ ਜੀ। ਸੌ ਫਤਿਹ ਕਉ ਠੌਰ ਠੌਰ, ਔਰੰਗਜ਼ੇਬ ਨੂੰ ਜਾ ਕੇ ਬਾਦਸ਼ਾਹ ਨੂੰ ਦੱਸਣਾ ਕਰਿਓ ਕਿ ਅਸੀਂ ਚਮਕੌਰ ਦੀ ਗੜੀ ਦੇ ਵਿੱਚ ਗੋਬਿੰਦ ਸਿੰਘ ਨੂੰ ਸਰ ਕਰ ਲਿਆ, ਗੋਬਿੰਦ ਸਿੰਘ ਨੂੰ ਜਿੱਤ ਲਿਆ ਏ। ਇਹ ਚੱਲਦੇ ਚੱਲਦੇ ਰਸਤੇ ਦੇ ਵਿੱਚ ਸਾਰਿਆਂ ਨੂੰ ਇਹ ਜਿਹੜੀ ਵਾਰਤਾ ਹੈ ਦੱਸਦੇ ਤੁਰੇ ਜਾਇਓ, ਸਾਰਿਆਂ ਦੇ ਅੱਗੇ ਵਡਿਆਈ ਕਰਦੇ ਜਾਇਓ। ਹੁਣ ਭੇਦ ਚਿਤ ਚਾਈ ਚਾਈ, ਹਿਰਦੇ ਵਿੱਚ ਬੜਾ ਚਾਅ ਕਰਕੇ ਇਸ ਪਾਪੀ ਨੇ ਦੋਵਾਂ ਸਿੱਖਾਂ ਦੇ ਸਿਰ ਜਿਹੜੇ ਹਨ ਦਿੱਲੀ ਵੱਲ ਭੇਜ ਦਿੱਤੇ ਹਨ। ਦ੍ਰਿਸ਼ਟ ਦ੍ਰਿਗ ਲਾਈ ਲਾਈ, ਹਾਂ ਫਿਰ ਇਹਨਾਂ ਦੇ ਸਿਰ ਨੂੰ ਭੇਜ ਕਰਕੇ ਜਦੋਂ ਸਿਰ ਜਾ ਰਹੇ ਨੇ ਤੇ ਆਪਣੀਆਂ ਅੱਖਾਂ ਦੇ ਨਾਲ ਚਾਰੇ ਪਾਸੇ ਚਮਕੌਰ ਗੜੀ ਦਾ ਹੁਣ ਜਿਹੜਾ ਇਹ ਦ੍ਰਿਸ਼ ਵੇਖਦਾ ਏ ਕਿ ਕਿੰਨਾ ਕੁ ਨੁਕਸਾਨ ਹੋਇਆ ਹੈ ਜੀ। ਮਾਸ ਖਾਤ ਹੈ ਥਾਨ ਥਾਨ, ਕੀ ਵੇਖਦਾ ਏ? ਗਿੱਦੜਿਆ ਕਰਕੇ ਸੂਰਿਆਂ ਦੇ ਮਾਸ ਖਾ ਰਹੇ ਨੇ। ਕੀ ਤੱਕਦਾ ਏ ਕਿ ਸਾਡੇ ਸਾਥੀਆਂ ਦੇ ਵੀ ਮਾਸ ਖਾਦੇ ਜਾ ਰਹੇ ਹਨ। ਗਿਰਜ ਕਾਕ ਮੁੱਦ ਮਾਨ ਮਾਨ, ਗਿਰਜਾਂ ਆਉਂਦੀਆਂ ਨੇ ਅਸਮਾਨ ਦੇ ਵਿੱਚੋਂ ਮਾਸ ਖਾਂਦੀਆਂ ਨੇ, ਕਾਂ ਆਉਂਦੇ ਨੇ ਮਾਸ ਖਾ ਰਹੇ ਹਨ। ਭੂਮਿਕਾ ਲਾਲ ਲਾਲ, ਹਾਂ ਕਹਿੰਦੇ ਚਮਕੌਰ ਗੜੀ ਦੀ ਜਿਹੜੀ ਧਰਤੀ ਏ ਇੱਕ ਵਾਰ ਸੁਰਖ ਲਾਲ ਹੋ ਗਈ ਏ ਖੂਨ ਦੇ ਨਾਲ। ਭਰੇ ਕਵ
ਸ਼ਬਦ ਨਾ ਚਾਲ ਚਾਲ। ਹਾਂ ਕਹਿੰਦੇ ਕਿਸੇ ਨੇ ਝਾਲ ਨਹੀਂ ਚੱਲੀ ਸਿੱਖਾਂ ਦੀ। ਸਿੱਖਾਂ ਦੇ ਕੋਲੋਂ ਬੜੇ ਹੀ ਮੁਗਲ ਸਾਡੇ ਸਾਥੀ ਮਾਰੇ ਗਏ ਹਨ। ਤਨ ਛਿਨ ਭਿਨ ਬਹੁ ਸੂਰ ਸੂਰ। ਹਾਂ ਕਹਿੰਦੇ ਗਿਣਤੀ ਦੇ ਵਿੱਚ ਥੋੜੇ ਸੂਰਮੇ ਸੀ, ਪਰ ਇਹਨਾਂ ਨੇ ਬੜੀ ਫੁਰਤੀ ਦੇ ਨਾਲ ਸਾਡਾ ਬਹੁਤ ਨੁਕਸਾਨ ਕਰ ਦਿੱਤਾ ਹੈ। ਸਵਾਮ ਧਰਮ ਕੋ ਪੂਰ ਪੂਰ। ਤੇ ਹਿਰਦੇ ਵਿੱਚ ਸੋਚਦੇ ਨੇ, ਇੱਕ ਦੂਜੇ ਨੂੰ ਦੱਸਦੇ ਨੇ ਕਿ ਇਹ ਤਾਂ ਆਪਣੇ ਧਰਮ ਦੇ ਵਿੱਚ ਪੱਕੇ ਸਨ। ਇਹਨਾਂ ਨੇ ਆਪਣੇ ਸੁਆਮੀ ਆਪਣੇ ਗੁਰੂ ਕਲਗੀਧਰ ਦਾ ਜਿਹੜਾ ਧਰਮ ਹੈ ਉਹਨੂੰ ਪੂਰਿਆਂ ਕੀਤਾ ਹੈ, ਡੋਲੇ ਨਹੀਂ, ਸ਼ਹਾਦਤ ਨੂੰ ਪਾ ਗਏ ਹਨ। ਆਵ ਰਹੇ ਔਰ ਝੂਰ ਝੂਰ। ਤੇ ਜਿਹੜੇ ਮੁਰਾਦ ਸਨ ਮੁਗਲਾਂ ਦੇ ਜਰਨੈਲ ਨੇ, ਉਹ ਆਪਣੀ ਫੌਜ ਦੀ ਤਬਾਹੀ ਵੇਖ ਕਰਕੇ ਬੜੇ ਹੀ ਝੂਰ ਰਹੇ ਹਨ। ਬ੍ਰਿੰਦ ਦਇਓ ਕਰ ਚੂਰ ਚੂਰ। ਇਹਨਾਂ ਨੇ ਤਾਂ ਸਾਡਾ ਬੜਾ ਭਾਰੀ ਜਿਹੜਾ ਦਲ ਸੀ ਉਹ ਤਾਂ ਚੂਰ ਕਰ ਦਿੱਤਾ ਹੈ ਜੀ। ਸਿੰਘ ਰਣ ਮਾਡ ਮਾਡ। ਗਿਣਤੀ ਦੇ ਸਿੱਖ ਸਨ, ਪਰ ਇਹਨਾਂ ਨੇ ਰਣ ਖੇਤਰ ਦੇ ਵਿੱਚ ਉਤਰ ਕਰਕੇ ਬੜਾ ਭਾਰੀ ਜਿਹੜਾ ਹੈ ਰਣ ਦਾ ਮੈਦਾਨ ਸਜਾ ਦਿੱਤਾ ਸੀ। ਬਾਣ ਗਨ ਛਾੜ ਛਾੜ। ਗੋਲੀਆਂ ਦੇ ਵਾਰ ਕੀਤੇ ਨੇ, ਤੀਰਾਂ ਦੇ ਵਾਰ ਕੀਤੇ ਨੇ, ਬੜੀ ਹੀ ਸ਼ਸਤਰ ਵਿਦਿਆ ਦੇ ਵਿੱਚ ਨਿਪੁੰਨ ਹਨ ਭਾਵੇਂ ਸਾਡੇ ਵੈਰੀ ਦੇ, ਪਰ ਫਿਰ ਵੀ ਬੜੇ ਤਗੜੇ ਸੂਰਮੇ ਸਨ। ਮਹਾਨ ਕੋ ਹਾਨ ਹਾਨ। ਸਾਡਾ ਮਹਾਨ ਲਸ਼ਕਰ ਜਿਹੜਾ ਤਬਾਹ ਕਰ ਦਿੱਤਾ ਹੈ ਇਹਨਾਂ ਨੇ। ਤਉ ਸੋ ਕਿਰਪਾਨ ਪਾਨ। ਹਾਂ ਵੇਖਦਾ ਇਹ ਕਹਿੰਦਾ ਭਾਵੇਂ ਮੈਂ ਮਾਰ ਦਿੱਤੇ ਨੇ, ਭਾਵੇਂ ਮਾਰੇ ਗਏ ਨੇ ਸਿੱਖ, ਪਰ ਫਿਰ ਵੀ ਬੜੇ ਨਿਪੁੰਨ ਨੇ ਸ਼ਸਤਰ ਵਿਦਿਆ ਦੇ ਵਿੱਚ। ਇਹਨਾਂ ਦੇ ਜਿਹੜੇ ਹੱਥ ਨੇ ਤਲਵਾਰ ਦੇ ਮੁੱਠੇ ਤੋਂ ਬਾਹਰ ਨਹੀਂ ਆਏ। ਮਰੇ ਹੋਇਆਂ ਦੇ ਵੀ ਹੱਥਾਂ ਦੇ ਵਿੱਚ ਜਿਹੜੀਆਂ ਤਲਵਾਰਾਂ ਫੜੀਆਂ ਹੋਈਆਂ ਨੇ। ਅਸਲੀ ਸੂਰਮਾ ਵੀ ਉਹਨੂੰ ਕਹਿੰਦੇ ਨਾ, ਭਾਵੇਂ ਸਰੀਰ ਦੇ ਵਿੱਚੋਂ ਸਤਾ ਮੁੱਕ ਜਾਵੇ, ਪਰ ਜਿਹੜੀ ਤਲਵਾਰ ਸੂਰਮੇ ਦੇ ਹੱਥੋਂ ਨਹੀਂ ਡਿੱਗਦੀ। ਅੱਜ ਵੀ ਫੌਜ ਦੇ ਵਿੱਚ ਟ੍ਰੇਨਿੰਗ ਦਿੰਦੇ ਹਨ ਤੇ ਸੂਰਮਿਆਂ ਨੂੰ ਪਹਿਲਾਂ, ਫੌਜੀਆਂ ਨੂੰ ਪਹਿਲਾਂ ਇਹੀ ਦੱਸਦੇ ਨੇ ਕਿ ਭਾਵੇਂ ਕਿਤੇ ਵੀ ਜਾਵੋ, ਜੰਗ ਦਾ ਮੈਦਾਨ ਹੋਵੇ ਜਾਂ ਨਾ ਹੋਵੇ, ਤੁਹਾਡੇ ਹੱਥਾਂ ਦੇ ਵਿੱਚੋਂ ਬੰਦੂਕ ਜਿਹੜੀ ਥੱਲੇ ਨਹੀਂ ਡਿੱਗਣੀ ਚਾਹੀਦੀ। ਉਹਨੂੰ ਸੂਰਮਾ ਮੰਨਦੇ ਨੇ। ਭਾਵੇਂ ਗਤਕੇ ਦੀ ਜਦੋਂ ਸ਼ਸਤਰ ਵਿਦਿਆ ਦੀ ਟ੍ਰੇਨਿੰਗ ਦਿੰਦੇ ਨੇ, ਅਭਿਆਸ ਕਰਾਉਂਦੇ ਨੇ, ਉਸ ਵੇਲੇ ਵੀ ਜਿਹੜਾ ਉਸਤਾਦ ਇਹੀ ਸਿਖਾਉਂਦਾ ਹੈ ਕਿ ਭਾਵੇਂ ਤੁਸੀਂ ਮਾਰੇ ਜਾਵੋ, ਭਾਵੇਂ ਤੁਹਾਡੇ ਉੱਪਰ ਵਾਰ ਹੋ ਜਾਵੇ, ਸਰੀਰ ਕੱਟਿਆ ਜਾਵੇ, ਅੰਗ ਵੱਢੇ ਜਾਣ, ਪਰ ਤੁਹਾਡੇ ਹੱਥ ਦੇ ਵਿੱਚੋਂ ਸ੍ਰੀ ਸਾਹਿਬ ਥੱਲੇ ਨਹੀਂ ਡਿੱਗਣੀ ਚਾਹੀਦੀ। ਐਵੇਂ ਖਵਾਜਾ ਮਰਦੂਦ ਸਿੱਖਾਂ ਦੀ ਵਡਿਆਈ ਕਰਦਾ ਨੇ। ਭਾਵੇਂ ਸਿੱਖ ਮਾਰੇ ਗਏ ਨੇ, ਪਰ ਇਹਨਾਂ ਦੇ ਜਿਹੜੀਆਂ ਤਲਵਾਰਾਂ ਦੇ ਵਿੱਚੋਂ ਹੱਥ ਬਾਹਰ ਨਹੀਂ ਆਏ ਹਨ। ਚਰਜ ਮਹਿਦ ਕੋ ਘਾਲ ਘਾਲ। ਹਾਂ ਕਹਿੰਦੇ ਬੜੀ ਘਾਲ ਕਮਾਈ ਕਰਕੇ ਇਹ ਜਿਹੜਾ ਅਚਰਜ ਕੌਤਕ ਵੇਖਣਾ ਕੀਤਾ ਹੈ। ਪਾਸ਼ ਪਗ ਹਾਲ ਹਾਲ। ਹਾਂ ਭਾਵੇਂ ਇਹ ਮਾਰੇ ਗਏ ਨੇ, ਪਰ ਇਹਨਾਂ ਨੇ ਰਣ ਖੇਤਰ ਦੇ ਵਿੱਚ ਆਪਣੇ ਜਿਹੜੇ ਪੈਰ ਨੇ ਪਛਾਣ ਨਹੀਂ ਪੱਟੇ ਸਨ। ਤੁਰਕ ਹੈਰਾਨੇ ਹੋਏ ਹੋਏ। ਐਵੇਂ ਤੁਰਕ ਬੜੇ ਹੈਰਾਨ ਹੋਏ ਹਨ। ਖੇਤ ਵਿਚਰ ਪਟ ਜੋਏ ਜੋਏ। ਹਾਂ ਕਹਿੰਦੇ ਸੂਰਮਿਆਂ ਨੇ ਰਣ ਖੇਤਰ ਦੇ ਅੰਦਰ ਬੜੇ ਤਗੜੇ ਯੋਰ ਵਿਖਾਏ ਹਨ। ਮੈਂ ਤਬ ਆਏ ਆਏ। ਐਵੇਂ ਵਿਚਾਰਾਂ ਕਰਦੇ ਖਵਾਜਾ ਮਰਦੂਦ ਦੇ ਸਮੇਤ ਜਿੰਨੇ ਮੁਗਲ ਨੇ ਆਪੋ ਆਪਣੇ ਤੰਬੂਆਂ ਵਿੱਚ ਆਏ ਹਨ। ਇੱਕ ਦੂਜੇ ਦੇ ਨਾਲ ਮਿਲ ਕੇ ਹੁਣ ਗੱਲਾਂ ਵਿਚਾਰਾਂ ਕਰਦੇ ਨੇ ਕਿ ਜੰਗ ਦੇ ਵਿੱਚ ਕਿੰਨੇ ਵੈਰੀ ਮਾਰੇ ਗਏ ਨੇ, ਕਿੰਨੇ ਆਪਣੇ ਸਿਪਾਹੀ ਮਾਰੇ ਗਏ ਹਨ। ਹਾਂ ਕਹਿੰਦੇ ਇੰਨੇ ਸਮੇਂ ਨੂੰ ਜਦੋਂ ਅਜੇ ਸੂਰਮਿਆਂ ਦੇ ਸੀਸ ਜਾ ਰਹੇ ਨੇ, ਇਹਨਾਂ ਦੇ ਵਿੱਚੋਂ ਕੋਈ ਕੋਈ ਸੀ ਜਿਹੜਾ ਕਲਗੀਧਰ ਪਾਤਸ਼ਾਹ ਦੀ ਪੂਰੀ ਪਹਿਚਾਣ ਕਰਦੇ ਨੇ ਤੇ ਜਿਨ੍ਹਾਂ ਨੂੰ ਸਤਿਗੁਰਾਂ ਦੇ ਸਰੂਪ ਦੀ ਪੂਰੇ ਤਰੀਕੇ ਦੇ ਨਾਲ ਪਹਿਚਾਣ ਸੀ ਜੀ। ਉਹ ਜਿਹੜੇ ਸਿਪਾਹੀ ਨੇ ਜਾਂ ਜਰਨੈਲ ਨੇ ਉਹ ਕੋਲੇ ਹੋ ਕਰਕੇ ਇੱਕ ਦੂਜੇ ਨੂੰ ਦੱਸਦੇ ਹਨ ਹਾਂ ਕਿ ਭਾਈ ਇਹ ਜਿਹੜੇ ਸੀਸ ਜਾ ਰਹੇ ਨੇ ਇਹ ਬਿਲਕੁਲ ਵੀ ਕਲਗੀਧਰ ਦੇ ਨਹੀਂ ਨੇ,
ਇਹ ਜਿਹੜੇ ਸੀਸ ਹਨ ਇਹ ਸਿੱਖਾਂ ਦੇ ਹਨ। ਭੇਜ ਹਰਖ ਉਰ ਕਾਹੇ ਕਾਹੇ। ਹਾਂ, ਤੇ ਜਦੋਂ ਕਲਗੀਧਰ ਦਾ ਸੀਸ ਹੀ ਨਹੀਂ ਹੈ ਤੇ ਫਿਰ ਬਾਦਸ਼ਾਹ ਦੇ ਕੋਲ ਕਾਹਤੋਂ ਭੇਜ ਰਹੇ ਹੋ ਜੀ। ਨਾ ਲੇਹ ਉਪਾਏ ਪਾਏ। ਹਾਂ, ਇਸ ਲਈ ਕੋਈ ਉਪਾਏ ਕਰਨਾ ਕਰੋ, ਐਵੇਂ ਵਡਿਆਈਆਂ ਨਾ ਕਰੀ ਜਾਵੋ ਕਿ ਕਲਗੀਧਰ ਨੂੰ ਫੜ ਲਿਆ ਏ। ਇਹ ਤਾਂ ਸਿੱਖਾਂ ਦੇ ਸੀਸ ਹਨ। ਮਾਰਦ ਦਬੈ ਨਾ ਧਾਏ ਧਾਏ। ਹਾਂ, ਕਹਿੰਦੇ ਹੁਣ ਭਾਵੇਂ ਵੈਰੀ ਨੇ ਪਰ ਅਸਲੀ ਸੂਰਮਾ ਵੀ ਉਹਨੂੰ ਕਿਹਾ ਜਾਂਦਾ ਏ ਜਿਹਦੀ ਵਡਿਆਈ ਵੈਰੀ ਆਪ ਕਰੇ, ਸੂਰਮੇ ਨੂੰ ਫੇਰ ਮੰਨਿਆ ਜਾਂਦਾ ਹੈ। ਜਿਹੜੇ ਵੈਰੀ ਨੇ, ਸਿਪਾਹੀ ਨੇ, ਕਹਿੰਦੇ ਨੇ ਕਿ ਜਿਸ ਪ੍ਰਕਾਰ ਅਸਮਾਨ ਦੇ ਵਿੱਚ ਚਮਕਦੀ ਬਿਜਲੀ ਨੂੰ ਨਹੀਂ ਨਾ ਫੜਿਆ ਜਾ ਸਕਦਾ, ਜਿਸ ਤਰੀਕੇ ਦੇ ਨਾਲ ਅਸਮਾਨ ਦੇ ਵਿੱਚ ਜਿਹੜੀ ਬਿਜਲੀ ਗੜਕਦੀ ਏ ਉਹਨੂੰ ਕੋਈ ਫੜ ਨਹੀਂ ਸਕਦਾ, ਇਸੇ ਤਰੀਕੇ ਦੇ ਨਾਲ ਸਰੂਪ ਲਿਓ ਜਾਨ ਜਾਨ। ਹਾਂ, ਕਹਿੰਦੇ ਇਸੇ ਤਰੀਕੇ ਦੇ ਨਾਲ ਜਾਣ ਲਵੋ ਕਿ ਸਤਿਗੁਰਾਂ ਦਾ ਸਰੂਪ ਹੈ। ਜੇ ਕੋਈ ਬਿਜਲੀ ਨੂੰ ਨਹੀਂ ਫੜ ਸਕਦਾ, ਤੇਜ ਹਵਾ ਨੂੰ, ਵਾਯੂ ਨੂੰ ਨਹੀਂ ਫੜ ਸਕਦਾ ਕੋਈ, ਇਸੇ ਤਰੀਕੇ ਨਾਲ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੂੰ ਫੜਨ ਵਾਲਾ ਨਾ ਤਾਂ ਕੋਈ ਜੰਮਿਆ ਹੈ ਤੇ ਨਾ ਹੀ ਇਸ ਭਾਰਤ ਵਰਸ਼ ਦੇ ਵਿੱਚ ਕੋਈ ਐਸਾ ਸੂਰਮਾ ਪੈਦਾ ਹੋ ਸਕਦਾ ਹੈ ਜੀ। ਮਰਿਓ ਭਰਮ ਦੇਹੁ ਹਾਨ ਹਾਨ। ਆਪਣੇ ਹਿਰਦੇ ਦੇ ਵਿੱਚੋਂ ਵਹਿਮ ਨੂੰ ਦੂਰ ਕਰ ਦਿਓ ਕਿ ਕਲਗੀਧਰ ਨੂੰ ਫੜ ਲਿਆ ਹੈ। ਇਹ ਤੁਹਾਡਾ ਵਹਿਮ ਹੈ। ਇਸ ਭਾਰਤ ਵਰਸ਼ ਦੀ ਗੱਲ ਛੱਡੋ, ਦੁਨੀਆ ਦੇ ਕੋਨੇ ਦੇ ਵਿੱਚ ਜੇ ਕਰਕੇ ਵੇਖਿਆ ਜਾਵੇ, ਕੋਈ ਐਸਾ ਮਰਦ ਨਹੀਂ, ਕੋਈ ਐਸਾ ਜਰਨੈਲ ਨਹੀਂ ਕਿ ਕਲਗੀਧਰ ਨੂੰ ਫੜ ਸਕੇ। ਇਸ ਲਈ ਆਪਣੇ ਹਿਰਦੇ ਵਿੱਚੋਂ ਇਸ ਵਹਿਮ ਨੂੰ ਬਾਹਰ ਕੱਢ ਦਿਓ ਕਿ ਕਲਗੀਧਰ ਨੂੰ ਫੜ ਲਿਆ ਗਿਆ ਹੈ ਜੀ। ਹਾਂ, ਤੇ ਕੁਝ ਕੁ ਹੁਣ ਦੱਸਦੇ ਨੇ, ਕਹਿੰਦੇ ਰਾਤ ਦੇ ਸਮੇਂ ਜਦੋਂ ਉੱਚੀ ਆਵਾਜ਼ਾਂ ਹੋਈਆਂ ਸਨ, ਹਾਂ, ਕਹਿੰਦੇ ਉਸ ਸਮੇਂ ਅਸੀਂ ਕੁਝ ਕਾਣੇ ਜਾ ਕਰਕੇ ਕੋਈ ਲੰਘਦਾ ਸੀ, ਉਹਨੂੰ ਫੜਨ ਦੇ ਲਈ ਅਸੀਂ ਯਤਨ ਕੀਤੇ ਸਨ, ਜਾ ਕੇ ਫੜਨਾ ਚਾਹੁੰਦੇ ਸਾਂ ਜੀ। ਹਾਂ, ਕਹਿੰਦੇ ਨੇ, ਕਹਿੰਦੇ ਉਸ ਸਮੇਂ ਜਿਹੜੇ ਲੰਘੇ ਸਨ ਨਾ, ਸਾਨੂੰ ਐਵੇਂ ਭਾਸਦਾ ਏ ਕਿ ਰਾਤ ਦੇ ਹਨੇਰੇ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਇੱਥੋਂ ਚਲੇ ਗਏ ਹਨ। ਇਹ ਜਿਹੜਾ ਭੇਦ ਹੈ ਕੋਈ ਕੋਈ ਜਾਣਦਾ ਹੈ, ਸਾਰੇ ਇਸ ਗੱਲ ਨੂੰ ਜਾਣਦੇ ਨਹੀਂ ਹਨ। ਐਵੇਂ ਸਾਰਿਆਂ ਨੇ ਆਪਣੇ ਹਿਰਦੇ ਵਿੱਚ ਇਸ ਗੱਲ ਨੂੰ ਮੰਨਣਾ ਕੀਤਾ ਹੈ ਸੁਣ ਕਰਕੇ ਜੀ। ਸਾਰੇ ਹੀ ਜਰਨੈਲ ਇਸ ਗੱਲ ਨੂੰ ਸੁਣ ਕੇ ਆ ਕੇ ਮਿਲੇ ਹਨ। ਆਪੋ ਆਪਣੀ ਮਤ ਨੂੰ ਵਰਤ ਕੇ ਬੋਲ ਕਰਕੇ ਸਲਾਹਾਂ ਕਰਦੇ ਹਨ। ਕਹਿੰਦੇ ਗੁਰੂ ਨੂੰ ਫੜਨ ਵਾਸਤੇ ਜਗ੍ਹਾ ਜਗ੍ਹਾ ਤੇ ਜਾ ਕੇ ਟੋਲਣਾ ਕਰੋ। ਹੁਣ ਜਿੰਨਾ ਵੀ ਸਾਡਾ ਦਲ ਹੈ, ਚਮਕੌਰ ਦੇ ਜਿੰਨੇ ਵੀ ਕੋਲ ਸਥਾਨ ਨੇ, ਸਾਰੀਆਂ ਇਹ ਜਗ੍ਹਾ ਦੇ ਉੱਪਰ ਪਸਰ ਜਾਣਾ ਕਰੋ। ਹੁਣ ਹਾਂ, ਕਿਉਂਕਿ ਲੋਕਾਂ ਨੇ ਉਹਨਾਂ ਨੂੰ ਪੀਰ ਫਕੀਰ ਸਾਧੂ ਸਮਝ ਕਰਕੇ ਕਿਤੇ ਆਪਣੇ ਘਰ ਦੇ ਵਿੱਚ ਟਿਕਾਣਾ ਨਾ ਦੇ ਦਿੱਤਾ ਹੋਵੇ, ਇਸ ਲਈ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਵੀ ਚੰਗੇ ਤਰੀਕੇ ਦੇ ਨਾਲ ਖੋਲ ਕਰਕੇ ਲੱਭਣਾ ਕਰੋ। ਹੁਣ ਜਿਹੜਾ ਵੀ ਕੋਈ ਨਗਰ ਆਉਂਦਾ ਹੈ, ਉਸ ਨਗਰ ਦੇ ਚੰਗੇ ਤਰੀਕੇ ਦੇ ਨਾਲ ਤਸੱਲੀ ਦੇ ਨਾਲ ਉਸ ਇਲਾਕੇ ਦੇ ਵਿੱਚ ਜਾ ਕਰਕੇ ਜਾਂਚ ਕਰਨੀ ਕਰੋ ਜੀ। ਸਾਰੇ ਹੀ ਜਿੰਨੇ ਲੋਕ ਨੇ ਇਕੱਠੇ ਕਰਨਾ ਕਰੋ। ਹੁਣ ਛੇਤੀ ਦੇ ਨਾਲ ਹੁਣ ਇੱਥੋਂ ਬਾਹਰ ਨਿਕਲਣਾ ਕਰੋ ਜੀ। ਤੇ ਸਾਰਾ ਜੇ ਕਿਤੇ ਤੁਸੀਂ ਵੇਖਦੇ ਹੋ ਨਾ, ਕਿਸੇ ਵਿਅਕਤੀ ਦੇ ਉੱਪਰ ਕਿਤੇ ਕੋਈ ਸ਼ੱਕ ਹੁੰਦਾ ਹੈ, ਉਸੇ ਸਮੇਂ ਉਸ ਵਿਅਕਤੀ ਨੂੰ ਫੜ ਲਿਆ ਜਾਵੇ ਜੀ। ਉਹਦੇ ਕੋਲੋਂ ਜਾਮਣੀ ਲੈ ਕੇ ਤੇ ਫੇਰ ਉਹਨੂੰ ਛੱਡਣਾ ਕਰਿਓ। ਹੁਣ ਹਾਂ, ਕਹਿੰਦੇ ਹੁਣ ਨਗਰਾਂ ਦੇ ਵਿੱਚ ਜਾ ਕੇ ਚੰਗੀ ਤਰੀਕੇ ਨਾਲ ਟੋਲਣਾ ਕਰੋ ਜੀ।
ਪਾਏ। ਰੱਤੀ ਭਰ ਵੀ ਦੇਰੀ ਨਾ ਕਰੋ, ਕਾਲੀ ਦੇ ਨਾਲ ਜਾਵੋ ਹੁਣ। ਬੈਲ ਭਰੇ ਅਬ ਧਾਏ ਧਾਏ। ਹਾਂ ਜਿੰਨਾ ਵੀ ਦਾਲੇ ਕਾਲੀ ਦੇ ਨਾਲ ਭੱਜ ਕਰਕੇ ਜਾਵੋ, ਤੇ ਚਮਕੌਰ ਦੇ ਕੋਲ ਜਾ ਕੇ ਜਿੰਨੇ ਵੀ ਇਲਾਕੇ ਨੇ ਹੋਰਾਂ ਇਲਾਕਿਆਂ ਦੇ ਵਿੱਚ ਕਲਗੀਧਰ ਨੂੰ ਲੱਭਣਾ ਕਰੋ ਹੁਣ। ਪਕਾਏ ਅਸ ਢੇਰ ਢੇਰ। ਹਾਂ ਹੁਣ ਸਲਾਹ ਨੂੰ ਛੱਡ ਕਰਕੇ ਡੇਰਿਆਂ ਨੂੰ ਛੱਡ ਕੇ ਬਾਹਰ ਆ ਜਾਵੋ। ਸਮਾਏ ਰਹੇ ਰਣ ਹੇਰ ਹੇਰ। ਆ ਰਣ ਭੂਮੀ ਨੂੰ ਵੇਖ ਕੇ ਬੜੇ ਹੈਰਾਨ ਹੋਏ ਹਨ। ਲੋਥਨ ਕੋ ਅਨੁਮਾਨ ਮਾਨ। ਤੇ ਖਵਾਜਾ ਮਰਦੂਦ ਹੁਣ ਖੜ ਕੇ ਲੋਥਾਂ ਦਾ ਅਨੁਮਾਨ ਲਾਉਂਦਾ ਏ ਕਿ ਕਿੰਨੀਆਂ ਕੁ ਲੋਥਾਂ ਪਈਆਂ ਨੇ, ਕਿੰਨੇ ਕੁ ਮਰ ਗਏ ਹਨ। ਔਰ ਜਹੋ ਚਹੁ ਜਾਨ ਜਾਨ। ਚਮਕੌਰ ਦੇ ਚਾਰੇ ਪਾਸੇ ਜਦੋਂ ਜਾ ਕੇ ਵੇਖਣਾ ਕੀਤਾ ਹੈ, ਦੇ ਵਧੀਕ ਸਭ ਭਾਖ ਭਾਖ। ਕੀ ਵੇਖਿਆ? ਕਹਿੰਦੇ ਲੱਖਾਂ ਦੀ ਤਾਦਾਦ ਦੇ ਵਿੱਚ ਸਾਡੇ ਮੁਗਲ ਸਾਥੀ ਮਾਰੇ ਗਏ ਹਨ। ਗਈ ਲੜਨ ਅਭਿਲਾਖ ਲਾਖ। ਹਾਂ ਕਹਿੰਦੇ ਹੁਣ ਤਾਂ ਇਹ ਚੀਜ਼ ਨੂੰ ਵੇਖ ਕੇ ਮੇਰੇ ਅੰਦਰੋਂ ਜੰਗ ਕਰਨ ਦੀ ਇੱਛਾ ਹੀ ਮਾਰੀ ਗਈ ਹੈ ਕਿ 40 ਸਿੱਖਾਂ ਨੇ ਲੱਖਾਂ ਦੇ ਹਿਸਾਬ ਨਾਲ ਸਾਡਾ ਦਲ ਮਾਰ ਦਿੱਤਾ। ਇਸ ਚੀਜ਼ ਨੂੰ ਵੇਖ ਕੇ ਮੇਰੇ ਅੰਦਰੋਂ ਜੰਗ ਕਰਨ ਦੀ ਇੱਛਾ ਮੁੱਕ ਗਈ ਹੈ ਹੁਣ। ਸਿੰਘ ਲੋਥ ਕੋ ਲਿਆਏ ਲਿਆਏ। ਹਾਂ ਕਹਿੰਦੇ ਹੁਣ ਸਿੱਖਾਂ ਦੀਆਂ ਲਾਸ਼ਾਂ ਦੇ ਕੋਲ ਗਿਆ ਹੈ ਤੇ ਜਾ ਕੇ ਗਿਣਤੀ ਕਰਨ ਲੱਗੇ ਹਨ। ਤੀਸ ਬਤੀਸਨ ਪਾਏ ਪਾਏ। ਕਵੀ ਜੀ ਕਹਿੰਦੇ ਗਿਣਤੀ ਕੀਤੀ ਏ ਤਕਰੀਬਨ 30-32 ਦੇ ਲਗਭਗ ਜਿਹੜੇ ਸਿੱਖ ਪਾਏ ਹਨ। ਬੁੱਧ ਰਿਪਣ ਕੀ ਹੇਰ ਹੇਰ। ਆ ਇਸ ਤਰੀਕੇ ਨਾਲ ਕਹਿੰਦੇ ਵੇਖਿਆ ਕਿ ਲੱਖਾਂ ਤਾਦਾਦ ਦੇ ਵਿੱਚ ਸਾਡੇ ਜਿਹੜੇ ਸਾਥੀ ਮਾਰੇ ਗਏ ਹਨ। ਲੋਥ ਲੱਗ ਢੇਰ ਢੇਰ। ਤੇ ਤੁਰਕਾਂ ਦੀਆਂ ਲੋਥਾਂ ਦੇ ਢੇਰ ਲੱਗ ਗਏ ਨੇ ਚਮਕੌਰ ਦੀ ਗੜ੍ਹੀ ਦੇ ਕੋਲ। ਤੇ ਅੱਲਾ ਯਾਰ ਖਾਂ ਜੋਗੀ ਜੀ ਵੀ ਲਿਖਦੇ ਨੇ, ਕਹਿੰਦੇ ਜਦੋਂ ਮੈਂ ਚਮਕੌਰ ਦੀ ਗੜ੍ਹੀ ਦਾ ਦ੍ਰਿਸ਼ ਲਿਖਣ ਲੱਗਾ ਨਾ, ਮੇਰੇ ਹੱਥ ਇੱਕ ਵਾਰ ਕੰਬੇ ਨੇ। ਭਾਵੇਂ ਮੇਰੇ ਹੱਥਾਂ ਦੇ ਵਿੱਚ ਪਰਜੋਰ ਕਲਮ ਹੈ, ਬੜੇ ਬਲ ਵਾਲੀ ਕਲਮ ਹੈ, ਪਰ ਕਲਗੀਧਰ ਦਾ ਇਤਿਹਾਸ ਲਿਖਣ ਲੱਗੇ ਮੇਰੇ ਹੱਥ ਕੰਬੇ ਨੇ ਕਿ 40 ਨੂੰ ਲੱਖਾਂ ਦਾ ਘੇਰਾ। ਕਹਿੰਦੇ ਖੈਰ ਇਹ ਚੀਜ਼ ਤਾਂ ਮੈਂ ਲਿਖ ਦਿੱਤੀ ਕਿ ਲੱਖਾਂ ਦਾ ਘੇਰਾ ਪਿਆ, ਪਰ ਕਹਿੰਦੇ ਮੈਂ ਸੋਚਿਆ ਸੀ ਖੌਰੇ 40 ਦੇ ਕੋਲੋਂ ਮਾਰੇ ਨਹੀਂ ਜਾਣੇ। ਪਰ ਅੱਲਾ ਯਾਰ ਖਾਂ ਜੋਗੀ ਜੀ ਲਿਖਦੇ, ਕਹਿੰਦੇ ਜਿਸ ਵੇਲੇ ਮੈਂ ਤੱਕਿਆ ਕਿ ਚਮਕੌਰ ਦੀ ਗੜ੍ਹੀ ਦਾ ਤਾਂ ਕਿਲ੍ਹਾ ਹੈ, ਪਰ ਕਿਲ੍ਹੇ ਦੇ ਬਾਹਰ ਵੀ ਸਿੱਖਾਂ ਨੇ ਇਹਨਾਂ ਮੁਗਲਾਂ ਦੀਆਂ ਲੋਥਾਂ ਦੇ ਢੇਰ ਲਾ ਦਿੱਤੇ, ਸੱਥਰ ਵਿਛਾ ਦਿੱਤੇ ਨੇ। ਐਵੇਂ ਲੱਗਦਾ ਜਿਵੇਂ ਇੱਕ ਹੋਰ ਲੋਥਾਂ ਦਾ ਕਿਲ੍ਹਾ ਉਸਾਰ ਦਿੱਤਾ। ਇਹ ਚੀਜ਼ ਨੂੰ ਵੇਖ ਕੇ ਮੇਰੇ ਹੱਥ ਕੰਬੇ ਤੇ ਮੇਰੇ ਕੋਲ ਲਿਖਿਆ ਨਹੀਂ ਜਾਂਦਾ। ਇਸ ਤਰੀਕੇ ਨਾਲ ਮੁਗਲਾਂ ਨੇ ਤੱਕਿਆ ਕਿ ਇਹ ਤਾਂ ਲੋਥਾਂ ਦੇ ਢੇਰ ਲੱਗੇ ਹਨ। ਕਹਿਤ ਕਥਾ ਸੰਤੋਖ ਸਿੰਘ। ਕਵੀ ਸੰਤੋਖ ਸਿੰਘ ਜੀ ਕਹਿੰਦੇ ਕਥਾ ਲਿਖਣ ਦਾ ਸਤਿਗੁਰਾਂ ਨੇ ਮੈਨੂੰ ਬਲ ਬਖਸ਼ਿਸ਼ ਕੀਤਾ ਹੈ। ਧੰਨ ਧੰਨ ਗੁਰੂ ਗੋਬਿੰਦ ਸਿੰਘ। ਅਖੀਰ ਦੇ ਵਿੱਚ ਕਵੀ ਜੀ ਸਤਿਗੁਰਾਂ ਦੀ ਵਡਿਆਈ ਕਰਦੇ ਨੇ ਕਿ ਮੈਨੂੰ ਮਾਣ ਬਖਸ਼ਣ ਵਾਲੇ ਕੌਣ ਨੇ? ਕਹਿੰਦੇ ਧੰਨ ਧੰਨ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਧੰਨ ਹੈ ਜਿਨ੍ਹੇ ਸਾਰਾ ਕੁਝ ਵਾਰ ਕਰਕੇ ਰੱਤੀ ਭਰ ਵੀ ਆਪਣੇ ਮੁਖ ਦੇ ਉੱਪਰ ਵਿਰਾਗ ਦੇ ਹੰਝੂ ਨਾ ਲਿਆਉਂਦੇ। ਐਸੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਤੋਂ ਬਲਹਾਰ ਨੇ ਜਾਣਾ ਹੈ ਜਿਨ੍ਹਾਂ ਨੇ ਪੁੱਤਰਾਂ ਦੀ ਲੋਥ ਦੇ ਕੋਲੋਂ ਲੰਘਣ ਲੱਗੇ। ਬਾਬਾ ਅਜੀਤ ਸਿੰਘ ਜੀਆਂ ਦੀ ਲਾਸ਼ ਦੇ ਕੋਲੋਂ ਲੰਘਣ ਲੱਗੇ। ਭਾਈ ਦਇਆ ਸਿੰਘ ਕਹਿਣ ਲੱਗੇ ਸਤਿਗੁਰੂ ਇਹਨਾਂ ਦੇ ਉੱਪਰ ਖੱਫਣੀ ਪਾ ਦਿਆਂ। ਦਸਤਾਰਾ ਵਧਾ ਕਰਕੇ ਬਾਬਾ ਅਜੀਤ ਸਿੰਘ ਜੀਆਂ ਦੇ ਸਰੀਰ ਦੇ ਉੱਪਰ ਕੱਪੜਾ ਪਾ ਦਿੱਤਾ। ਪਾਤਸ਼ਾਹ ਰੋਹ ਦੇ ਵਿੱਚ ਆ ਗਏ। ਮਹਾਰਾਜ ਕਹਿਣ ਲੱਗੇ ਭਾਈ ਦਇਆ ਸਿੰਘਾ, ਜੇ ਤੇਰੇ ਕੋਲ ਐਸਾ ਕੱਪੜਾ ਹੈ ਕਿ ਸਾਰੇ ਸਿੱਖਾਂ ਦੇ ਉੱਪਰ ਆ ਜਾਵੇ। ਭਾਈ ਦਇਆ ਸਿੰਘ ਕਹਿਣ ਲੱਗੇ ਸਤਿਗੁਰੂ ਨਹੀਂ। ਮਹਾਰਾਜ ਕਹਿਣ ਲੱਗੇ ਦਇਆ ਸਿੰਘਾ ਮੇਰੇ ਪੁੱਤਰ ਦੀ ਲੋਥ ਦੇ ਉੱਪਰੋਂ ਇਹ ਕੱਪੜਾ ਚੱਕ ਲੈ। ਪਾਤਸ਼ਾਹ ਮੈਂ ਚੱਕ ਨਹੀਂ ਸਕਦਾ। ਮਹਾਰਾਜ ਕਹਿਣ ਲੱਗੇ ਨਹੀਂ, ਜੇ ਬਾਕੀਆਂ ਦੇ ਸਰੀਰਾਂ ਦੇ ਉਹਨੂੰ ਕੱਜ ਨਹੀਂ ਸਕਦਾ, ਮੇਰੇ ਪੁੱਤਰ ਦੇ ਲੋਥ ਦੇ ਉੱਪਰੋਂ ਕੱਪੜਾ ਚੱਕ ਲੈ। ਪਾਤਸ਼ਾਹ ਦੁਨੀਆ ਦੇ ਮਾਲਕ ਹੋ, ਦੁਨੀਆ ਦੇ ਵਿੱਚ ਗਰੀਬ ਤੋਂ ਗਰੀਬ ਵੀ ਮਾਂ ਬਾਪ ਆਏ ਨੇ,
ਸੱਚੇ ਪਾਤਸ਼ਾਹ ਕਿਸੇ ਦਾ ਪੁੱਤਰ ਖੱਫਣ ਤੋਂ ਬਿਨਾਂ ਤੇ ਨਹੀਂ ਗਿਆ। ਜਾਂਦੇ ਹੋਏ ਦੇ ਸਰੀਰ ਦੇ ਉੱਪਰ ਪਾਤਸ਼ਾਹ ਜੀ ਗਰੀਬ ਤੋਂ ਗਰੀਬ ਨੇ ਵੀ ਕੱਪੜਾ ਪਾ ਕੇ ਕੱਜਿਆ ਹੋਵੇਗਾ, ਪਰ ਪਾਤਸ਼ਾਹ ਦੁਨੀਆ ਦੇ ਮਾਲਕ ਹੋ, ਵਾਲੀਏ ਕੁਲ ਆਲਮ ਹੋ। ਸੱਚੇ ਪਾਤਸ਼ਾਹ ਕਹਿਣ ਲੱਗੇ, ਨਹੀਂ, ਜੇ ਅਜੀਤ ਸਿੰਘ ਮੇਰਾ ਪੁੱਤਰ ਹੈ ਤੇ ਬਾਕੀ ਦੇ ਵੀ ਮੇਰੇ ਪੁੱਤਰ ਹਨ, ਇਸ ਲਈ ਮੇਰੇ ਪੁੱਤਰ ਦੇ ਸਰੀਰ ਦੇ ਉੱਪਰ ਖੱਫਣ ਨਹੀਂ ਪਾਉਣਾ। ਐਸੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਕਵੀ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤਾਂ ਧੰਨ ਹੀ ਕਹਿਣਾ ਬਣਦਾ ਏ, ਜਿਹਦੇ ਵਰਗਾ ਨਾ ਤਾਂ ਕੋਈ ਰਾਜਾ ਹੋਇਆ ਹੈ, ਨਾ ਕੋਈ ਦਾਨੀ ਹੋਇਆ ਹੈ, ਨਾ ਹੀ ਕੋਈ ਕਵੀ ਹੋਇਆ ਹੈ, ਨਾ ਹੀ ਕੋਈ ਰਚਨਹਾਰਾ ਹੋਇਆ ਹੈ। ਸੱਚੇ ਪਾਤਸ਼ਾਹ ਜੀ ਆਪਣੀ ਇੱਕ ਵੱਖਰੀ ਮਿਸਾਲ ਨੇ। ਐਸੇ ਸਤਿਗੁਰਾਂ ਦੇ ਫਰਜ਼ੰਦਾਂ ਦਾ, ਲਾਡਲਿਆਂ ਦਾ, ਪਿਆਰਿਆਂ ਦਾ ਇਤਿਹਾਸ ਵਾਚ ਰਹੇ ਹਾਂ, ਵਿਚਾਰ ਕਰਦਿਆਂ ਤੋਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਅਣਜਾਣ ਬੱਚੇ ਸਮਝ ਕਰਕੇ ਬਖਸ਼ ਦੇਣਾ। ਅੱਜ ਦੇ ਦਿਨ ਨੇ ਬਾਕੀ ਦੇ ਰਹਿੰਦੇ ਸਿੰਘ ਵੀ ਚਮਕੌਰ ਦੀ ਗੜੀ ਦੇ ਵਿੱਚ ਇਸ ਸਮੇਂ ਤੱਕ ਸ਼ਹੀਦ ਹੋ ਗਏ ਸਨ। ਤੇ ਕੱਲ ਦੇ ਦਿਨ ਮੁਗਲਾਂ ਨੇ ਜਾ ਕਰਕੇ ਪਿੰਡਾਂ ਦੇ ਵਿੱਚ ਢੰਡੋਰੇ ਪਿੱਟੇ ਨੇ ਕਿ ਚਮਕੌਰ ਦੀ ਗੜੀ ਦੇ ਵਿੱਚ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਇਹ ਗੱਲ ਜਦੋਂ ਇੱਕ ਸਿੱਖ ਬੀਬੀ ਦੇ ਕੰਨਾਂ ਦੇ ਵਿੱਚ ਪੈਂਦੀ ਹੈ, ਉਹ ਗੱਲ ਨੂੰ ਸੁਣ ਕਰਕੇ ਚਮਕੌਰ ਦੀ ਗੜੀ ਦੇ ਵਿੱਚ ਆਉਂਦੀ ਨੇ, ਆ ਕਰਕੇ ਕਿਵੇਂ ਸਤਿਗੁਰਾਂ ਦੇ ਦੁਲਾਰਿਆਂ ਦਾ ਕੱਲ ਦੇ ਦਿਨ ਸੰਸਕਾਰ ਹੋਇਆ ਸੀ, ਕਿਵੇਂ ਸੰਸਕਾਰ ਕਰਦੇ ਨੇ, ਕਿਵੇਂ ਫਿਰ ਮੁਗਲ ਫੜ ਕਰਕੇ ਬੀਬੀ ਹਰਸ਼ਰਨ ਕੌਰ ਨੂੰ ਉਸੇ ਹੀ ਚਿਖਾ ਦੇ ਵਿੱਚ ਸੁੱਟ ਦਿੰਦੇ ਨੇ। ਉਹ ਵਾਰਤਾ ਕੱਲ ਦੇ ਦਿਨਾਂ ਦੇ ਵਿੱਚ ਆਪਾਂ ਸਰਵਣ ਕਰਾਂਗੇ। ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਸਤਿਗੁਰੂ ਆਪ ਸਾਧ ਸੰਗਤ ਕਿਰਪਾ ਕਰਨਾ, ਕਥਾ ਵਿਚਾਰ ਕਰਨ ਦਾ ਕਿਤੇ ਬਲ ਉਦਮ ਆ ਜਾਵੇ। ਜੋ ਕਥਾ ਵਿਚਾਰ ਕਰਦੇ ਹਾਂ ਕਿਤੇ ਜੀਵਨ ਦੇ ਵਿੱਚ ਵੀ ਲਾਗੂ ਕਰ ਲਈਏ। ਸੱਚੇ ਪਾਤਸ਼ਾਹ ਐਸੀਆਂ ਕਿਰਪਾ ਕਰਨ। ਹੋਈਆਂ ਭੁੱਲ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਪਾ ਦਈਏ ਜੀ। ਦੋ ਪੰਕਤੀਆਂ ਪੜ੍ਹ ਕਰਕੇ ਜੀ। ਕਥਾ ਸੰਤੋਖ ਸਿੰਘ, ਧੰਨ ਧੰਨ ਗੁਰੂ ਗੋਬਿੰਦ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।